Good morning, dear students. Good morning, ma'am. Good morning, Good बेटा. morning, ma'am. बेटा आवाज मेरी आ रही है प्रॉपर ਤੁਹਾਨੂੰ? Yes, Yes, ma'am. Okay, Yes, ਤੇ ma'am. ਹਾਂਜੀ ਆਪਾਂ MCQs ਕੱਲ ਛੱਡੇ ਸੀ ਨਾ ਤੇ let us do ਉੱਥੋਂ ਹੀ ਆਪਾਂ ਕਰਦੇ ਹਾਂ MCQs. ਠੀਕ ਹੈ? ਮੇਰੀ ਸਕਰੀਨ ਤੁਹਾਨੂੰ ਵਿਜ਼ਿਬਲ ਹੋ ਗਈ ਹੈ? Yes, ma'am. Yes, ma'am. ਓਕੇ ਤੇ ਬੇਟਾ ਜੀ ਆ ਕੁਐਸਚਨ ਆਪਾਂ ਡਿਸਕਸ ਕਰ ਲਏ ਸੀ ਕੱਲ ਹਨਾ ਜੀ? ਕਰ Yes, ma'am. ਕਰ Yes, ma'am. ਕਰ ਲਏ ਸੀ ਇਹ ਵਾਲਾ ਕੁਐਸਚਨ ਕਰ ਲਿਆ ਸੀ ਨਾ ਜਦੋਂ ਮੈਂ ਤੁਹਾਨੂੰ ਇਹ ਦੱਸਿਆ ਸੀ ਕਿ देयर इज अ precipitation reaction ਹਨਾ? Yes, ma'am. ਹਾਂਜੀ ਤੇ ਚਲੋ ਆਪਾਂ ਅੱਗੇ 5th ਇਹ ਕੁਐਸਚਨ ਕੀਤਾ ਸੀ ਆਪਾਂ No, ma'am. ਚਲੋ ਫਿਰ No. ਦੱਸੋ ਇਹਦਾ ਆਨਸਰ ਵੀ the brown gas evolved on heating of ਹਾਂਜੀ the brown gas evolved on heating of copper nitrate ਜਲਦੀ ਦੱਸੋ ਇਹਦਾ ਆਨਸਰ ਮੈਨੂੰ N2. ਨੋ ਨਾਈਟ੍ਰੋਜਨ ਤੁਹਾਨੂੰ ਕਿੰਨੇ ਕਿਹਾ ਬ੍ਰਾਊਨ ਕਲਰ ਦੀ ਹੁੰਦੀ ਨੋ ਨੋ ਐਨੀਬਡੀ ਐਲਸ ਹਾਂਜੀ NO2. NO2 ਯੈਸ ਨਾਈਟ੍ਰੋਜਨ ਡਾਈਆਕਸਾਈਡ ਬੇਟਾ ਜੀ ਕਾਪਰ ਜਦੋਂ ਕਾਪਰ ਨਾਈਟ੍ਰੇਟ ਨੂੰ ਅਸੀਂ ਹੀਟ ਕਰਦੇ ਹਾਂ ਤੁਹਾਡੀ ਬੁੱਕ 'ਚ ਜਿਹੜੀ ਐਗਜ਼ਾਮਪਲ ਹੈ ਮੈਨੂੰ ਲੱਗਦਾ ਉਹ ਲੈਡ ਨਾਈਟ੍ਰੇਟ ਦੇ ਨਾਲ ਹੈ ਉੱਥੇ ਜਿਹੜੀ ਗੈਸ ਨਿਕਲਦੀ ਹੈ NO2 ਉਹਦਾ ਬ੍ਰਾਊਨ ਕਲਰ ਹੁੰਦਾ ਹੈ ਇਹਦਾ ਮਤਲਬ ਤੁਸੀਂ ਕੁਐਸਚਨਸ ਨਹੀਂ ਪੜ੍ਹ ਰਹੇ ਮੈਂ ਤੁਹਾਨੂੰ ਕੱਲ ਕਿਹਾ ਸੀ ਰਿਐਕਸ਼ਨਸ ਲਿਖਿਓ ਜਿਹੜੇ ਬੱਚੇ ਨੇ ਮੈਨੂੰ ਇੱਕ ਬੱਚੇ ਦੀਆਂ ਸਿਰਫ ਰਿਐਕਸ਼ਨਸ ਆਈਆਂ ਪਰਸਨਲ ਨੰਬਰ ਤੇ ਬਾਕੀ ਕਿਸੇ ਦੀਆਂ ਨਹੀਂ ਆਈਆਂ ਇਹਦਾ ਮਤਲਬ ਤੁਸੀਂ ਕੁਐਸਚਨਸ ਨਹੀਂ ਲਿਖ ਰਹੇ ਤੁਸੀਂ ਰਿਐਕਸ਼ਨਸ ਨਹੀਂ ਲਿਖੀਆਂ ਕਿਉਂਕਿ ਜਿਹੜੇ ਬੱਚੇ ਨੇ ਰਿਐਕਸ਼ਨਸ ਲਿਖੀਆਂ ਉਹਨੂੰ ਪਤਾ ਹੈ ਕਿ ਕਿਹੜੀ ਰਿਐਕਸ਼ਨ ਇਹ ਆਂਦੀ ਹੈ ਜੀ ਇਹ ਰਿਐਕਸ਼ਨ ਆਂਦੀ ਹੈ ਅਪਘਟਨ ਕਿਰਿਆ ਦੇ ਵਿੱਚ ਤੁਹਾਡੀ ਬੁੱਕ ਦੇ ਵਿੱਚ ਰਿਐਕਸ਼ਨ ਹੈ ਲੈਡ ਨਾਈਟ੍ਰੇਟ ਨੂੰ ਜਦੋਂ ਆਪਾਂ ਹੀਟ ਕਰਦੇ ਹਾਂ ਗਰਮ ਕਰਦੇ ਹਾਂ ਤੇ देयर इज अ ਫਾਰਮੇਸ਼ਨ ਆਫ ਲੈਡ ਆਕਸਾਈਡ ਪਲੱਸ NO2 ਪਲੱਸ O2 ਮੈਂ ਬੈਲੈਂਸ ਨਹੀਂ ਕਰ ਰਹੀ ਰਿਐਕਸ਼ਨ ਬਿਕੋਜ਼ NO2 ਜਿਹੜਾ ਹੈ ਮੇਨ ਸਾਡਾ ਇੱਥੇ ਮਕਸਦ ਜਾਣਨਾ ਹੈ ਕਿ ਕਿਹਦਾ ਬ੍ਰਾਊਨ ਕਲਰ ਹੈ ਤੇ ਕਿਹਦਾ ਬ੍ਰਾਊਨ ਕਲਰ ਹੈ NO2 ਦਾ ਕਲੀਅਰ ਹੈ ਅੱਗੇ ਚੱਲਾਂ ਐਵਰੀਬਡੀ ਹਾਂਜੀ ਕਲੀਅਰ ਹੈ ਨਾ ਭੁੱਲੇਗਾ ਤਾਂ ਨਹੀਂ ਹੁਣ ਕਿਹੜੀ ਗੈਸ ਦਾ ਕਲਰ ਬ੍ਰਾਊਨ ਹੁੰਦਾ ਹੈ NO2 ਦਾ ਠੀਕ ਹੈ ਚਲੋ ਜੀ ਨੈਕਸਟ ਕੁਐਸਚਨ ਇਜ਼ ਜ਼ਿੰਕ ਜਦੋਂ ਰਿਐਕਟ ਕਰਦਾ ਹੈ ਸਿਲਵਰ ਨਾਈਟ੍ਰੇਟ ਨਾਲ ਬੇਟਾ ਜੀ ਨਾਈਟ੍ਰੇਟ ਦੇ ਫਾਰਮੂਲੇ ਚੰਗੀ ਤਰ੍ਹਾਂ ਯਾਦ ਕਰ ਲਿਓ ਕਿਉਂਕਿ ਨਾਈਟ੍ਰੇਟ ਦੇ ਫਾਰਮੂਲੇ ਜਿਹੜੇ ਹੈ ਉਹ ਬਹੁਤ ਪੁੱਛੇ ਜਾਂਦੇ ਨੇ ਇਹ ਜ਼ਿੰਕ ਜਦੋਂ ਰਿਐਕਟ ਕਰਦਾ ਹੈ ਸਿਲਵਰ ਨਾਈਟ੍ਰੇਟ ਨਾਲ ਤਾਂ ਕਿਹੜਾ ਕੰਪਾਊਂਡ ਬਣਦਾ ਹੈ ਹਰੀ ਅਪ ਜਲਦੀ ਜਲਦੀ ਦੱਸੋ ਵੀ ਬਸ ਸਿਲਵਰ ਐਨੀਬਡੀ ਜ਼ਰੂਰੀ ਥੋੜੀ ਹੈ ਕੋਈ ਵੀ ਦੱਸ ਸਕਦਾ ਮੈਨੂੰ ਆਪਾਂ 20 The second option. ਸੈਕਿੰਡ ਆਪਸ਼ਨ ਹਾਂਜੀ ਐਨੀਬਡੀ ਐਲਸ ਮੈਮ C option. ਕਿਹੜੀ ਆਪਸ਼ਨ C. ਸੀ ਆਪਸ਼ਨ ਅੱਛਾ ਹੋਰ ਕੋਈ ਆਨਸਰ ਮੈਮ ਫਰਸਟ Yes, CO. ਸੀ ਓ ਕੀ ਬੇਟਾ ਜੀ ਜਦੋਂ ਜ਼ਿੰਕ ਸਿਲਵਰ ਨਾਈਟ੍ਰੇਟ ਦੇ ਨਾਲ ਰਿਐਕਸ਼ਨ ਕਰਦਾ ਹੈ ਫਾਰਮੂਲੇ ਨਹੀਂ ਪੜ੍ਹੇ ਤੁਸੀਂ ਕਿਉਂ ਪ੍ਰੋਬਲਮ ਆ ਰਹੀ ਹੈ ਇਹ ਚ ਕੀ ਔਖਾ ਹੈ ਜ਼ਿੰਕ ਨੇ ਸਿਲਵਰ ਨੂੰ ਡਿਸਪਲੇਸ ਕਰ ਦੇਣਾ ਹਾਂਜੀ ਬੋਲੋ ਕੋਈ ਜਾਣਾ ਰਿਐਕਟੀਵਿਟੀ ਸੀਰੀਜ਼ ਐਨੀਬਡੀ ਜਿਹਨੂੰ ਕੱਲ ਦਾ ਕੋਡ ਯਾਦ ਹੈ ਕੈਟਰੀਨਾ ਨੇ ਕਾਰ ਮੰਗੀ Altozen Ferrari. वेरी गुड ऑल्टोजेन फरारी सनी लियोनी पादुकन है अगे की सी सोना चांदी हनी चवनप्राश हुण देखो जी जिंक ऊपर है ना जिंक ते सिल्वर किथे है थल्ले पता लग रहा है जिंक रिएक्टिविटी सीरीज दे किथे है ऊपर ते सिल्वर थल्ले है ਇਹਦਾ ਮਤਲਬ ਜ਼ਿੰਕ ਨੇ ਸਿਲਵਰ ਨੂੰ ਡਿਸਪਲੇਸ ਕਰ ਦੇਣਾ ਜਦੋਂ ਜ਼ਿੰਕ ਨੇ ਸਿਲਵਰ ਨੂੰ ਡਿਸਪਲੇਸ ਕਰਤਾ देयर इज अ ਫਾਰਮੇਸ਼ਨ ਆਫ ਜ਼ਿੰਕ ਨਾਈਟ੍ਰੇਟ ਪਲੱਸ ਸਿਲਵਰ ਇਹ ਚ ਕੀ ਔਖਾ
ਜੇ ਤੁਹਾਨੂੰ ਇਹ ਰਿਐਕਸ਼ਨ ਨਹੀਂ ਵੀ ਆਂਦੀ ਨਾ ਤੇ ਜਿਹੜੇ ਬੱਚੇ ਨੂੰ ਰਿਐਕਟੀਵਿਟੀ ਸੀਰੀਜ਼ ਆਂਦੀ ਹੈ ਉਹਨੇ ਬਹੁਤ ਆਸਾਨੀ ਨਾਲ ਆਨਸਰ ਲਿਖ ਦੇਣਾ। ਹੁਣ ਹਾਂ, ਉਸ ਬੱਚੇ ਦੀ ਕਨਫਿਊਜ਼ਨ ਜ਼ਰੂਰ ਬਣਦੀ ਹੈ। ਕਨਫਿਊਜ਼ਨ ਕਿੱਥੇ ਬਣਦੀ ਹੈ ਕਿ ਹੁਣ ਜ਼ਿੰਕ ਨਾਈਟ੍ਰੇਟ ਦਾ ਫਾਰਮੂਲਾ ਕੀ ਹੋਏਗਾ। ਇਹ ਤਾਂ ਸਾਡੀ ਆਪਸ਼ਨ ਹੋਈ ਨਹੀਂ ਕਿਉਂਕਿ ਸਿਲਵਰ ਨਾਈਟ੍ਰੇਟ ਵੀ ਹੈ, ਜ਼ਿੰਕ ਨਾਈਟ੍ਰੇਟ ਵੀ ਹੈ। ਜ਼ਿੰਕ ਨਾਈਟ੍ਰੇਟ ਦਾ ਫਾਰਮੂਲਾ ਆ ਵਾਲਾ ਹੋਏਗਾ, ਆ ਵਾਲਾ ਹੋਏਗਾ ਕਿ ਆ ਵਾਲਾ ਹੋਏਗਾ। ਇਹ ਤਾਂ ਬੇਟਾ ਮੈਂ ਤੁਹਾਨੂੰ ਕੱਲ ਹੀ ਦੱਸਿਆ, ਤੁਹਾਨੂੰ ਪਤਾ ਹੈ Zn ਤੇ 2 ਚਾਰਜ ਹੁੰਦਾ ਹੈ, ਉਹ ਉਹਦੇ ਪੈਰਾਂ 'ਚ ਆ ਗਿਆ, ਤੇ ਨਾਈਟ੍ਰੇਟ ਤੇ -1 ਹੁੰਦਾ, ਉਹ ਉਹਦੇ ਪੈਰਾਂ 'ਚ ਆ ਗਿਆ। ਇਸੇ ਲਈ ਕੱਲ ਇਹ ਪੀਪੀਟੀ ਕਰਾਉਣ ਤੋਂ ਪਹਿਲੇ ਮੈਂ ਤੁਹਾਡੇ ਨਾਲ ਫਾਰਮੂਲੇ ਡਿਸਕਸ ਕੀਤੇ ਸੀ ਨਾ ਡਿਸਕਸ। ਔਰ ਮੈਨੂੰ ਇੱਕ ਬੱਚੇ ਨੇ ਲਿਖ ਕੇ ਭੇਜਿਆ, ਮੈਨੂੰ ਉਹਦਾ ਨਾਮ ਨਹੀਂ ਹੈ, ਉਹ ਬੱਚਾ ਇੱਥੇ ਅਵੇਲੇਬਲ ਹੈਗਾ, ਕਿ ਮੈਨੂੰ ਕਿੰਨੇ ਲਿਖ ਕੇ ਭੇਜੇ ਸੀ ਫਾਰਮੂਲੇ? ਯੈਸ ਮੈਮ। ਕਿੰਨੇ ਭੇਜੇ ਸੀ ਬੇਟਾ ਜੀ? ਮੈਮ ਰੰਜਨਾ ਨੇ। ਹਾਂਜੀ, ਰੰਜਨਾ ਨੇ ਮੈਨੂੰ ਮੇਰੇ ਪਰਸਨਲ ਨੰਬਰ ਤੇ ਸਾਰੇ ਫਾਰਮੂਲੇ ਲਿਖ ਕੇ ਭੇਜੇ ਰੰਜਨਾ ਨੇ। ਠੀਕ ਹੈ, ਵੈਰੀ ਗੁੱਡ ਰੰਜਨਾ, ਕਲੈਪਿੰਗ ਫॉर ਯੂ। ਬੇਟਾ ਜੀ ਜੇ ਆਪਾਂ NTSC ਕਲੀਅਰ ਕਰਨਾ ਨਾ ਤੇ ਇੱਕ ਨੰਬਰ ਦੀ ਲੋੜ ਹੈ ਸਾਨੂੰ। ਜੇ ਅਸੀਂ 14 ਨੰਬਰ ਦੀ ਕੈਮਿਸਟਰੀ ਵੀ ਤਿਆਰ ਕਰ ਲਈ ਨਾ ਤੇ ਜੇ ਅਸੀਂ ਇੱਕ ਨੰਬਰ ਕਿਤੇ ਪਿੱਛੇ ਵੀ ਰਹਿ ਗਏ ਤਾਂ ਸਾਡੀ ਇਹ ਕਵਰ ਕਰ ਜਾਣੀ ਹੈ। ਠੀਕ ਹੈ, ਇਸ ਲਈ ਜਿਹੜਾ ਸਬਜੈਕਟ ਕਰ ਰਹੇ ਹੋ, ਮੈਥ ਕਰ ਰਹੇ ਹੋ, ਕੈਮਿਸਟਰੀ ਕਰ ਰਹੇ ਹੋ, ਬਾਇਓ ਕਰ ਰਹੇ ਹੋ, ਫਿਜ਼ਿਕਸ ਕਰ ਰਹੇ ਹੋ, ਦਿਲ ਲਾ ਕੇ ਕਰੋ। ਠੀਕ ਹੈ ਜੀ। ਚਲੋ 7th ਕੁਐਸਚਨ, AgI ਸਨਲਾਈਟ ਦੀ ਪ੍ਰੈਜ਼ੈਂਸ ਚ ਟੁੱਟਦਾ ਹੈ Ag+I2। The color of iodine is green, purple, brown, pink। ਕੀ ਹੁੰਦਾ ਹੈ ਆਇਓਡੀਨ ਦਾ ਕਲਰ? पर्पल। ਕੌਣ ਬੋਲਿਆ ਬੇਟਾ? ਹਾਂਜੀ ਹਾਂਜੀ ਬੋਲੋ ਨਾਮ ਆਪਣਾ। ਬਿਲਕੁਲ ਠੀਕ ਹੈ, ਪਰਪਲ ਕਲਰ ਹੁੰਦਾ ਹੈ। ਕੌਣ ਹੈ? मैम जैस्मिन। ਹਾਂਜੀ ਜੈਸਮਿਨ ਜੀ, ਪਰਪਲ ਕਲਰ ਹੁੰਦਾ ਹੈ ਆਇਓਡੀਨ ਦਾ। ਜਦੋਂ ਆਪਾਂ ਡੀਕੰਪੋਜ਼ ਕਰਦੇ ਹਾਂ, ਤੁਸੀਂ ਲੈਬ 'ਚ ਜਾ ਕੇ ਕੱਲੇ ਆਇਓਡੀਨ ਸੋਲਿਡ ਨੂੰ ਵੀ ਦੇਖਿਓ ਤੇ ਉਹਦਾ ਪਰਪਲ ਕਲਰ ਹੁੰਦਾ ਹੈ। ਮੈਂ ਤੁਹਾਨੂੰ ਕਹਿ ਰਹੀ ਹਾਂ ਬਾਰ-ਬਾਰ, ਜਿਹੜਾ ਫਸਟ ਚੈਪਟਰ ਹੈ ਕੈਮਿਸਟਰੀ ਦਾ, ਵੈਰੀ ਇੰਪੋਰਟੈਂਟ। ਉਹਦੀਆਂ ਰਿਐਕਸ਼ਨਸ ਨੂੰ ਅੱਛੀ ਤਰ੍ਹਾਂ ਕਰ ਲਓ, ਕਿਹੜੀਆਂ ਗੈਸਸ ਨਿਕਲਦੀਆਂ ਉਹਨਾਂ ਨੂੰ ਅੱਛੀ ਤਰ੍ਹਾਂ ਕਰ ਲਓ, ਟਾਈਪ ਆਫ ਰਿਐਕਸ਼ਨਸ ਨੂੰ ਕਰ ਲਓ। ਤਾਂ ਆਵਰ ਆਨਸਰ ਇਜ਼ ਪਰਪਲ। ਚਲੋ, ਆਇਡੈਂਟੀਫਾਈ XYZ in the following balanced chemical reaction। ਪਹਿਲੇ ਤਾਂ ਮੈਨੂੰ ਦੱਸੋ ਕਿ ਤੁਸੀਂ ਮੇਰੇ ਕੋ ਇਸ ਟਾਈਮ 25 ਪਾਰਟਿਸਿਪੈਂਟਸ ਹੋ ਜਾਂ ਨੀਅਰਲੀ 23 ਹੋ, ਬਿਕੋਜ਼ 2 ਹੋਸਟ ਹੋਣਗੇ। 23 ਪਾਰਟਿਸਿਪੈਂਟਸ ਨੂੰ ਬੈਲੈਂਸਿੰਗ ਕਲੀਅਰ ਹੈ? ਕੋਈ ਕਲੀਅਰ ਹੈ ਨਾ? ਕੋਈ ਹਾਂ, ਅੱਛਾ ਤਕਰੀਬਨ ਕਲੀਅਰ ਹੈ। ਕੋਈ ਇਦਾਂ ਦਾ ਬੱਚਾ ਜਿਹਨੂੰ ਕਲੀਅਰ ਨਹੀਂ ਹੈ? ਕੋਈ 23 ਚੋਂ ਕੋਈ ਬੱਚਾ ਮੈਮ ਕਿ ਮੈਨੂੰ ਕਲੀਅਰ ਨਹੀਂ ਹੈ? everybody is clear with balancing। ਤੇ ਚਲੋ ਫਿਰ ਇਹਨੂੰ ਬੈਲੈਂਸ ਕਰੋ। मैम बी ऑप्शन। ਕਿਹੜੀ ਆਪਸ਼ਨ? बी। अच्छा हाँ, बी ऑप्शन। किद्दां किता बैलेंस? मैं पहले सारे नंबर्स देख के। हाँ, जिद्दां देखिया कि इधर लेड कितना है, इधर लेड 1 है, इधर भी लेड कितना है, 1 है। ठीक है जी। इधर नाइट्रोजन किन्ने ने नाइट्रोजन 2, इधर किन्ने ने, इधर ਅਸੀਂ फाइंड आउट करना फिलहाल 1 है ना। इधर ऑक्सीजन किन्ने 3 दूनी 6, इधर ऑक्सीजन किन्ने 1 2 3 4 5 है ना। ਹੁਣ ਉਹਦੇ ਹਿਸਾਬ ਨਾਲ ਅਸੀਂ ਬੈਲੈਂਸ ਕਰਨਾ। ਸਭ ਤੋਂ ਪਹਿਲੇ ਆਪਾਂ ਨਾਈਟ੍ਰੋਜਨ ਨੂੰ ਬੈਲੈਂਸ ਕਰਾਂਗੇ ਹੈ ਨਾ। ਜੇ ਆਪਾਂ ਨਾਈਟ੍ਰੋਜਨ ਨੂੰ ਬੈਲੈਂਸ ਕਰਾਂਗੇ ਤੇ ਇੱਧਰ ਨਾਈਟ੍ਰੋਜਨ 2 ਹੈ ਤੇ ਇੱਧਰ 1 ਹੈ। ਇਹਦੇ ਅੱਗੇ ਅਸੀਂ ਕੀ ਲਾ ਦਾਂਗੇ? 2 ਲਾ ਦਾਂਗੇ ਹੈ ਨਾ। ਸਿਮਿਲਰਲੀ ਜਦੋਂ ਆਪਾਂ ਇਹਨੂੰ ਬੈਲੈਂਸ ਕਰਾਂਗੇ, ਜਦੋਂ ਆਪਾਂ ਨਾਈਟ੍ਰੋਜਨ ਨੂੰ ਬੈਲੈਂਸ ਕੀਤਾ, ਇਹ 2 ਹੈ। ਹੁਣ ਸਾਡੇ ਆਕਸੀਜਨ ਵੱਧ ਗਏ। ਆਕਸੀਜਨ ਕਿੰਨੇ ਹੋ ਗਏ ਜੀ? 2 2 4 ਤੇ 2 ਕਿੰਨੇ ਹੋ ਗਏ? 6 ਨਹੀਂ 2 ਹਾਂ 2 2 4 ਤੇ 2 ਨਹੀਂ, ਇੱਥੇ ਅਸੀਂ ਗਿਣਨੀ ਤੇ 2 2 4 5 6 7, ਪਰ ਇੱਧਰ ਕਿੰਨੇ ਨੇ? 6। ਜੇ ਆਪਾਂ ਇੱਥੇ 2 ਲਾ ਦਈਏ, ਹੁਣ ਆਕਸੀਜਨ ਕਿੰਨੇ ਹੋ ਗਏ? 3 2 6 ਤੇ 2 12 ਹੋ ਗਏ ਨਾ। 3 दूनी 6 ਤੇ 2 12, ਇੱਥੇ ਆਪਾਂ 2 ਲਾ ਦਈਏ। ਹੁਣ ਦੇਖੋ ਜੀ, ਆਕਸੀਜਨ ਹੋਇਆ ਬੈਲੈਂਸ। 2 ਆਕਸੀਜਨ ਆ, 4 5 6 ਨਹੀਂ ਹੈ ਨਾ। ਕੀ ਲਾਵਾਂਗੇ ਆਪਾਂ? 4। therefore the reaction is balanced। ਦੇਖ ਲਓ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਰਿਐਕਸ਼ਨ 'ਚ। ਅੱਛਾ, ਇਹਦੀ ਨਾ ਬੈਲੈਂਸਿੰਗ ਦੀ ਮੈਂ ਇੱਕ ਵੀਡੀਓ ਵੀ ਸ਼ੇਅਰ ਕਰਾਂਗੀ ਅੱਜ ਤੁਹਾਡੇ ਨਾਲ। ਠੀਕ ਹੈ, ਕੱਲ ਜਿਹੜੀਆਂ ਮੈਂ 3 ਫਿਜ਼ਿਕਸ ਦੀਆਂ ਸ਼ੇਅਰ ਕੀਤੀਆਂ ਸੀ ਵੀਡੀਓਜ਼, ਦੇਖੀਆਂ ਨਹੀਂ? ਦੇਖੀਆਂ ਕਿ ਨਹੀਂ ਦੇਖੀਆਂ ਹੈ ਬੇਟਾ? ਫਿਜ਼ਿਕਸ ਦੀਆਂ ਕੱਲ ਮੈਂ ਵੀਡੀਓਜ਼ ਸ਼ੇਅਰ ਕੀਤੀਆਂ ਸੀ 3, ਬਹੁਤ ਇੰਪੋਰਟੈਂਟ ਸੀ। ਰਿਫਲੈਕਸ਼ਨ ਦੀਆਂ, ਸਫੈਰਿਕਲ ਮਿਰਰਸ ਦੀਆਂ। ਨਹੀਂ ਦੇਖੀਆਂ? ਉਹ ਤਿੰਨੋਂ ਦੇਖ ਲਿਓ ਅੱਜ।
ਬਹੁਤ ਇੰਪੋਰਟੈਂਟ ਹੈ 10th ਚੈਪਟਰ। ਜੇ ਕਹਿੰਦੇ ਹੋ ਮੈਂ ਦੁਬਾਰਾ ਸ਼ੇਅਰ ਕਰ ਦਾਂਗੀ, ਦੁਬਾਰਾ ਸ਼ੇਅਰ ਕਰ ਦਾਂ, ਗਰੁੱਪ ਤੁਹਾਡੇ 'ਚ ਹੀ ਕੀਤੀਆਂ ਸੀ ਮੈਂ, ਠੀਕ ਹੈ। ਚਲੋ ਜੀ 9th question ਪੜ੍ਹਨਾ ਸ਼ੁਰੂ ਕਰੋ। When green colored ferrous sulfate crystals are heated, the color of crystal changes because it decomposes to ferric oxide। कि ferrous sulfate ਦਾ ferric oxide ਬਣ ਜਾਂਦਾ ਹੈ, ਉਹਦੇ water of crystallization lose ਕਰ ਜਾਂਦੇ ਨੇ, ਉਹਦੇ sulfur dioxide ਬਣ ਜਾਂਦਾ ਹੈ ਕਿ sulfur trioxide। ਹਰੀ ਅਪ ਡੀਅਰ ਸਟੂਡੈਂਟ। ਹਾਂਜੀ, ਕਹਿੰਦਾ ਕਿ ferrous sulfate ਦੇ ਕ੍ਰਿਸਟਲ ਜਦੋਂ ਆਪਾਂ ਹੀਟ ਕਰਦੇ ਹਾਂ, the color of crystal changes, ਜਿਹੜੇ ਕ੍ਰਿਸਟਲਸ ਦੇ ਕਲਰ ਚੇਂਜ ਹੋ ਜਾਂਦਾ ਹੈ। ਕਿਉਂ ਚੇਂਜ ਹੋ ਜਾਂਦਾ ਹੈ? ਜਾਂ ਉਹ ਫੈਰਿਕ ਆਕਸਾਈਡ ਬਣ ਜਾਂਦਾ ਹੈ, ਜਾਂ ਵਾਟਰ ਆਫ ਕ੍ਰਿਸਟਲਾਈਜੇਸ਼ਨ ਲੂਜ਼ ਕਰ ਜਾਂਦਾ ਹੈ, ਜਾਂ ਸਲਫਰ ਡਾਈਆਕਸਾਈਡ ਬਣ ਜਾਂਦਾ ਹੈ, ਜਾਂ ਸਲਫਰ ਟ੍ਰਾਈਆਕਸਾਈਡ। मैम ए ऑप्शन। कौन सी ऑप्शन? ए। मेरी गल सुनो, ऑप्शन चारों ही करेक्ट है, ऑप्शन चारों ही करेक्ट है, पर तुसी हुन माइंड किथे प्रिपेयर करना कि सब तो पहले की हुंदा है, सब तो पहले की हुंदा है। हुन आंसर दो मैनू। मैम थर्ड ऑप्शन पहला फेरिक ऑक्साइड बनता है। एवें फेरिक ऑक्साइड बनदा? मैम सी ऑप्शन। नो, लूजेस वाटर। पहले तो मैनू दसो फेरस सल्फेट दा फार्मूला की हुंदा? मैम FeSO4। हाँ, FeSO4। तुसी तो फार्मूला ही गलत दस रहे हो बेटा। फेरस सल्फेट दा फार्मूला हुंदा है FeSO4 7 मॉलिक्यूल्स ऑफ वाटर। ਜਦੋਂ ਆਪਾਂ ਫੈਰਸ ਸਲਫੇਟ ਨੂੰ ਹੀਟ ਕਰਦੇ ਆ, ਸਭ ਤੋਂ ਪਹਿਲੇ ਆ ਜਿਹੜਾ ਵਾਟਰ ਆਫ ਕ੍ਰਿਸਟਲਾਈਜੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਕ੍ਰਿਸਟਲੀ ਜਲ, ਇਹ ਲੂਜ਼ ਹੁੰਦਾ ਹੈ। ਉਸ ਤੋਂ ਬਾਅਦ ਫੈਰਸ ਸਲਫੇਟ ਜਿਹੜਾ ਹੈ ਉਹ ਮਤਲਬ ਫੈਰਿਕ ਆਕਸਾਈਡ ਚ ਟੁੱਟਦਾ ਹੈ, ਪਲੱਸ देयर इज अ ਫਾਰਮੇਸ਼ਨ ਆਫ ਸਲਫਰ ਡਾਈਆਕਸਾਈਡ, ਪਲੱਸ देयर इज अ ਫਾਰਮੇਸ਼ਨ ਆਫ ਸਲਫਰ ਟ੍ਰਾਈਆਕਸਾਈਡ। ਰਿਐਕਸ਼ਨ ਕੀ ਹੈ ਬੇਟਾ ਜੀ? FeSO4 ਨੂੰ ਜਦੋਂ ਤੁਸੀਂ ਹੀਟ ਕਰਦੇ ਹੋ, देयर इज अ ਫਾਰਮੇਸ਼ਨ ਆਫ ਫੈਰਿਕ ਆਕਸਾਈਡ ਪਲੱਸ ਸਲਫਰ ਡਾਈਆਕਸਾਈਡ प्लस सल्फर ट्राइऑक्साइड। नोट डाउन करो कॉपीज ते रिएक्शन कि तुसी भुल्लो ना। मैं तुहानू पहले ही कहा है, जो 13 दसंबर आनी है ना, 12 नू तुसी की करना है, जेड़े नोट्स बनाए है भावें मैट दे भावें सैट दे, बस उतो ही तुसी गो थ्रू होना है, ठीक है। समझ लगी? सब तो पहले की होएगा दसो मैनू हुण। हाँ जी रंजना दसो, सब तो पहले की होएगा? हाँ, लॉस ऑफ वाटर ऑफ क्रिस्टलाइजेशन, जिन्हों पंजाबी च असीं की कहने आ क्रिस्टली जल। पंजाबी च की कहने आ क्रिस्टली जल। ओदी सब तो पहले वो लूज होएगा बेटा, उस तो बाद ओदी डीकंपोजिशन होएगी फेरिक ऑक्साइड च, उस तो बाद सल्फर डाइऑक्साइड बनेगा, उस तो बाद मतलब सल्फर ट्राइऑक्साइड बनेगा, ठीक है ना। ते जे हुण इह पेपर आ जांदा NTSC च ते तुहाडा इह क्वेश्चन गलत हो जाना सी, ठीक है। हुण नहीं गलत होना चाहिए। की होएगा सब तो पहले? दोबारा बोलो सारे, की होएगा सब तो पहले? वाटर ऑफ क्रिस्टलाइजेशन की करे? वेरी गुड सानिया। चलो अगे, व्हाट टाइप ऑफ केमिकल रिएक्शन टेक प्लेस व्हेन इलेक्ट्रिसिटी, जदों बिजली पास करदे आ आपां पानी तो? डिस्प्लेसमेंट, कंबीनेशन, डीकंपोजिशन, डबल डिस्प्लेसमेंट। वेरी गुड, डीकंपोजिशन। डिस्प्लेसमेंट नू आपां की कहने आ? विस्थापन, ठीक है। ये तो बहुत कॉमन जा क्वेश्चन है। कंबीनेशन नू आपां की कहने आ? संयोजन। डीकंपोजिशन नू आपां की कहने आ? अपघटन, ठीक है जी। ते डबल डिस्प्लेसमेंट नू की कहने आ आपां? दोहरा विस्थापन, ठीक है जी। ते केड़ी रिएक्शन होएगी जदों पानी ਆਪਾਂ ਬਿਜਲੀ ਪਾਸ ਕਰਦੇ ਆ? ਜਦੋਂ ਆਪਾਂ ਪਾਣੀ ਚੋਂ ਬਿਜਲੀ ਪਾਸ ਕਰਦੇ ਆ, ਵਾਟਰ ਚੋਂ ਆਪਾਂ ਜਦੋਂ ਬਿਜਲੀ ਪਾਸ ਕਰਦੇ ਆ, ਤੇ ਕਿਹੜੀ ਰਿਐਕਸ਼ਨ ਹੁੰਦੀ ਹੈ ਜੀ? देयर इज अ ਰਿਐਕਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ that is अपघटन, ठीक है। ਤੁਹਾਨੂੰ ਵੀ ਪਤਾ ਹੈ ਦੋ ਗੈसेस ਨਿਕਲਦੀਆਂ, ਹਾਈਡਰੋਜਨ ਤੇ ਆਕਸੀਜਨ। ਤੇ ਕੱਲ ਮੈਂ ਤੁਹਾਨੂੰ ਯਾਦ ਵੀ ਕਰਾਇਆ ਸੀ ਕਿ ਕਿੱਦਾਂ ਯਾਦ ਕਰਨਾ ਹੈ। ਕੱਲ ਮੈਂ ਤੁਹਾਨੂੰ ਕੀ ਯਾਦ ਕਰਾਇਆ ਸੀ? ਜਦੋਂ ਵਾਟਰ ਚੋਂ वेरी गुड, हाँ सानिया ने लेक्चर बहुत ध्यान ना सुनिया है ना सानिया। ते दसो फिर किद्दां याद करना आपां? AO ते CS, ठीक है ना। AO, ठीक है। सतीश, हाँ जी सतीश बोलो फिर एनोड ते केड़ी गैस निकलेगी? हाँ जी
ਤੇ ਕੈਥੋਡ ਤੇ ਕਿਹੜੀ ਨਿਕਲੇਗੀ ਹਾਈਡਰੋਜਨ। ਇੱਕ ਯਾਦ ਰੱਖਣਾ ਪੇਪਰ 'ਚ, ਠੀਕ ਹੈ, ਪੇਪਰ 'ਚ ਨਾ ਯੂਜੂਲੀ ਜਿਹੜਾ ਵਾਟਰ ਦਾ ਕੁਐਸਚਨ ਆਂਦਾ ਨਾ ਉਹ ਏਦਾਂ ਨਹੀਂ ਆਂਦਾ, ਉਹ ਵਾਟਰ ਦਾ ਕੁਐਸਚਨ ਇਹੀ ਆਂਦਾ। ਹੁਣ ਜਿੱਦਾਂ ਤੁਹਾਡੇ ਹੋਣੇ ਵੀ ਆ 30 ਕੁਐਸਚਨ ਤੁਹਾਨੂੰ 1 ਮਾਰਕਸ ਦੇ ਆਣੇ ਆ, ਤੇ ਉਹ 'ਚ ਵੀ ਇਹੀ ਕੁਐਸਚਨ ਆਣਾ ਕਿ ਐਨੋਡ ਤੇ ਕਿਹੜੀ ਗੈਸ ਨਿਕਲ ਰਹੀ ਹੈ ਤੇ ਕੈਥੋਡ ਤੇ ਕਿਹੜੀ ਗੈਸ ਨਿਕਲ ਰਹੀ ਹੈ, ਠੀਕ ਹੈ। ਚਲੋ 11th ਕੁਐਸਚਨ ਬੋਲੋ ਵੀ ਕੁਝ। Substance added to the food containing fats and oils is called antioxidant। ਹਾਂਜੀ ਹੋਰ ਕੋਈ? ਜਲਦੀ ਜਲਦੀ। ਹੈ ਬੇਟਾ ਮੇਰੀ ਗੱਲ ਸੁਣੋ, ਇੱਕ ਚੀਜ਼ ਨੂੰ ਤੁਸੀਂ ਸਟਾਪ ਕਰਨਾ ਤੇ ਉਹਦਾ ਕੀ ਆਪਾਂ ਕਹਿੰਦੇ ਕਿ ਪੇਟ 'ਚ ਜੀ ਗੈਸ ਬਣ ਗਈ ਹਨਾ। ਕੱਲ ਆਪਾਂ ਕਰਾਇਆ ਸੀ ਤਾਂ ਆਪਾਂ ਕੀ ਖਾਂਦੇ ਆ? ਐਂਟ ਐਸਿਡ ਹਨਾ। ਕੀ ਕਰਦੇ ਆ ਆਪਾਂ? ਐਂਟ ਐਸਿਡ ਖਾਂਦੇ ਆ ਤਾਂ ਕਿ ਜਿਹੜੀ ਪੇਟ 'ਚ ਜਿਹੜਾ ਐਸਿਡ ਬਣਦਾ ਉਹਨੂੰ ਉਹਦਾ ਇਫੈਕਟ ਨੂੰ ਉਹ ਖਤਮ ਕਰ ਦੇ। ਇਹੀ ਗੱਲ ਕੀਤੀ ਸੀ ਨਾ ਕੱਲ ਆਪਾਂ, ਕੀਤੀ ਸੀ ਜਾਂ ਨਹੀਂ? ਹੁਣ ਤੁਸੀਂ ਦੇਖੋ ਜਦੋਂ ਫੂਡ 'ਚ ਫੈਟਸ ਹੈ ਤੇ ਆਇਲਸ ਹੈ, ਜਦੋਂ ਤੁਸੀਂ ਉਹਨੂੰ ਓਪਨ 'ਚ ਰੱਖੋਗੇ ਤੇ ਉਹਦੀ ਕੀ ਹੋਏਗੀ? ਆਕਸੀਡੇਸ਼ਨ। ਉਹਦੀ ਕੀ ਹੋਏਗੀ? ਆਕਸੀਡੇਸ਼ਨ। ਤੇ ਆਕਸੀਡੇਸ਼ਨ ਨੂੰ ਰੋਕਣ ਲਈ ਅਸੀਂ ਕਿਹੜੀ ਚੀਜ਼ ਪਾਵਾਂਗੇ? ਐਂਟੀਆਕਸੀਡੈਂਟ। ਥੋੜਾ ਜਿਹਾ ਨਾ ਮੇਰੀ ਗੱਲ ਸੁਣੋ, ਐਂਟੀ ਕਦੀ ਉਸ ਬੱਚੇ ਦਾ ਕਲੀਅਰ ਨਹੀਂ ਹੁੰਦਾ ਜਿਹੜਾ ਇੰਟੈਲੀਜੈਂਟ ਹੈ। ਐਂਟੀ ਉਸ ਬੱਚੇ ਦਾ ਕਲੀਅਰ ਹੁੰਦਾ ਜਿਹੜਾ ਬ੍ਰੇਨੀ ਹੈ। ਸਮਝ ਲੱਗੀ ਤੁਹਾਨੂੰ? ਕਿਉਂਕਿ ਮੈਂਟਲ ਐਬਿਲਿਟੀ 'ਚ ਵੀ ਸਾਰਾ ਬ੍ਰੇਨ, ਤੁਸੀਂ ਜਿੰਨਾ ਮਰਜ਼ੀ ਰੱਟਾ ਮਾਰ ਲਓ, ਜੇ ਤੁਸੀਂ ਆਪਣੀ ਪ੍ਰੈਜ਼ੈਂਸ ਆਫ ਮਾਈਂਡ ਨੂੰ, ਬ੍ਰੇਨ ਨੂੰ ਨਹੀਂ ਯੂਜ਼ ਕਰੋਗੇ ਤਾਂ देयर इज नो ਮਤਲਬ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਐਂਟੀ ਕਲੀਅਰ ਹੋ ਜਾਏਗਾ। ਇਸ ਲਈ ਬ੍ਰੇਨ ਨੂੰ ਯੂਜ਼ ਕਰਨਾ। ਤੁਸੀਂ ਰੈਂਸਿਡ ਕੀ ਕਹਤਾ? ਰੈਂਸਿਡ ਤਾਂ ਪ੍ਰੋਸੈਸ ਹੋ ਗਿਆ ਕਿ ਜੇ ਆਪਾਂ ਕੋਈ ਸਬਸਟੈਂਸ ਫੂਡ 'ਚ ਪਾ ਦਾਂਗੇ ਫੈਟਸ ਤੇ ਆਇਲਸ 'ਚ, ਤੇ ਰੈਂਸਿਡ ਮਤਲਬ ਤੇ ਉਹ ਤੇ ਉਹਨੇ ਪ੍ਰੋਸੈਸ ਤੇਜ਼ ਕਰ ਦਿੱਤਾ, ਉਹਨੇ ਰੈਂਸਿਡਿਟੀ ਤੇਜ਼ ਕਰ ਦਿੱਤੀ, ਜਿਹਨੂੰ ਆਪਾਂ ਕਹਿ ਦਿੰਦੇ ਆ ਰੈਂਸਿਡਿਟੀ ਹਨਾ। ਤੇ ਉਹ ਤਾਂ ਉਹਨੇ ਤੇਜ਼ ਕਰ ਦਿੱਤੀ। ਤੁਸੀਂ ਉਹੀ ਆਨਸਰ ਦੇ ਰਹੇ ਹੋ। ਬੇਟਾ ਜੀ ਕਾਲੀ ਨਹੀਂ ਕਰਨੀ, ਨੈਗੇਟਿਵ ਮਾਰਕਿੰਗ ਨਹੀਂ ਹੈਗੇ। ਜਿੰਨਾ ਕੁਐਸਚਨ ਆਂਦੇ ਨੈਗੇਟਿਵ ਮਾਰਕਿੰਗ ਨਹੀਂ ਹੈਗੀ ਨਾ ਐਨਟੀਐਸਸੀ 'ਚ। ਯੈਸ ਮੈਮ। ਹਾਂ ਜਿੰਨੇ ਕੁਐਸਚਨ ਨਹੀਂ ਆਂਦੇ ਉਹਨੂੰ ਇੱਕ ਵਾਰੀ ਤੁਸੀਂ ਲੀਵ ਕਰ ਦੇਣਾ, ਪਰ ਜਿਹੜੇ ਕੁਐਸਚਨ ਆਂਦੇ ਆ ਉੱਥੇ ਥੋੜਾ ਜਿਹਾ ਦਿਮਾਗ ਲਾਣਾ, ਠੀਕ ਹੈ। ਇਸ ਲਈ ਕਨਫਿਊਜ਼ ਨਹੀਂ ਹੋਣਾ, ਬ੍ਰੇਨ ਨੂੰ ਯੂਜ਼ ਕਰਨਾ, ਪ੍ਰੈਜ਼ੈਂਸ ਆਫ ਮਾਈਂਡ ਨੂੰ ਯੂਜ਼ ਕਰਨਾ, ਕਾਮਨ ਸੈਂਸ ਨੂੰ ਯੂਜ਼ ਕਰਨਾ, ਠੀਕ ਹੈ। ਚਲੋ ਨੈਕਸਟ ਕੁਐਸਚਨ ਜਿਹੜਾ ਹੈ ਤੁਹਾਡਾ 12th, the condition produced by aerial oxidation of fats and oils in food marked by unpleasant smell and taste is called। ਕਿ ਇੱਕ ਤਾਂ ਤੁਹਾਨੂੰ ਅਨਪਲੇਜ਼ੈਂਟ ਸਮੈਲ ਆਉਂਦੀ ਹੈ ਤੇ ਇੱਕ ਤੁਹਾਨੂੰ ਟੇਸਟ ਅਨਪਲੇਜ਼ੈਂਟ ਹੋ ਜਾਂਦਾ ਹੈ, ਉਹ ਕਿਹੜਾ ਪ੍ਰੋਸੈਸ ਹੁੰਦਾ ਹੈ? ਐਂਟੀਆਕਸੀਡੇਸ਼ਨ, ਰਿਡਕਸ਼ਨ, ਰੈਂਸਿਡਿਟੀ ਕਿ ਕਰੋਜਨ? रेंसिडिटी को पंजाबी में क्या कहते हैं? दुर्गंधता। ते एंटीऑक्सीडेशन नु पंजाबी च की कहंदे? एंटीऑक्सीडेशन की हुंदा है? ऑक्सीडेशन ना होवे है ना, मतलब ऑक्सीकरण ना होवे ना। रिडक्शन की हुंदा? लघुकरण। क्रोजन की हुंदा? खोरन। ठीक है। ਤੇ ਕਿਹੜੀ ਕੰਡੀਸ਼ਨ ਹੈ ਜਿਹੜੀ ਪ੍ਰੋਡਿਊਸ ਹੁੰਦੀ ਹੈ ਏਰੀਅਲ ਆਕਸੀਡੇਸ਼ਨ ਆਫ ਫੈਟਸ ਐਂਡ ਆਇਲਸ ਇਨ ਫੂਡਸ ਮਾਰਕਡ ਬਾय ਅਨਪਲੇਜ਼ੈਂਟ ਸਮੈਲ ਐਂਡ ਟੇਸਟ ਇਜ਼ ਕਾਲਡ ਐਜ਼ ਰੈਂਸਿਡਿਟੀ, ਠੀਕ ਹੈ। ਚਲੋ ਜੀ ਨੈਕਸਟ ਕੁਐਸਚਨ, ਦ ਅਬਵ ਰਿਐਕਸ਼ਨ ਇਜ਼ ਦ ਐਗਜ਼ਾਮਪਲ ਆਫ ਕੰਬੀਨੇਸ਼ਨ, ਡਬਲ डिस्प्लेसमेंट, डिकम्पोजिशन के डिस्प्लेसमेंट? डिस्प्लेसमेंट क्लियर है सबनू? डिस्प्लेसमेंट क्यों है? क्लियर है ना, क्योंकि लेड ने किन्नू डिस्प्लेस करता? कॉपर ਨੂੰ डिस्प्लेस करता। मैं क्वेश्चंस ਤੇ ਜ਼ਿਆਦਾ ਟਾਈਮ ਤਾਂ ਨਹੀਂ ਲਾ ਰਹੀ ਕਿ ਆਪਾਂ ਅੱਗੇ ਵੀ ਕੱਲ ਵੀ ਸਾਡਾ ਨੋਮਨਕਲੇਚਰ ਕਲੀਅਰ ਹੈ ਹੁਣ ਤੁਹਾਨੂੰ ਕੱਲ ਦੇ ਲੈਕਚਰ ਦਾ? ਕਲੀਅਰ ਪੜਿਆ ਸੀ ਨੋਮਨਕਲੇਚਰ? ਯੈਸ ਮੈਮ। ਬੇਟਾ ਪੜਿਆ ਕਰੋ ਕਲਾਸ ਤੋਂ ਬਾਅਦ, ਤਾਂ ਫਾਇਦਾ ਨਾਲ ਤੁਹਾਡੀ ਉਹਦੀ ਵੀ ਮਤਲਬ ਕਲੀਅਰ ਹੋ ਜਾਏਗੀ ਤੁਹਾਡੀ ਜਿਹੜਾ ਤੁਹਾਡਾ ਬਿਲਕੁਲ ਉਹ ਵੀ ਕਲੀਅਰ ਹੋ ਜਾਏਗਾ ਤੁਹਾਡਾ
ਕਿ ਕਿੱਦਾਂ ਤੁਸੀਂ ਪੇਪਰ ਦੇਣਾ ਹੈ, ਜਿਹੜੇ 30 ਨੰਬਰ ਦਾ ਪੇਪਰ ਆਣਾ ਤੁਹਾਡਾ। ਇਸ ਲਈ ਇਹੀ ਭਾਵੇਂ ਤੁਸੀਂ ਲੈਕਚਰਸ ਨੂੰ ਦੁਬਾਰਾ ਦੇਖ ਲਿਆ ਕਰੋ, ਠੀਕ ਹੈ। ਨਾਓ ਲਾਸਟ ਕੁਐਸਚਨ 14th ਇਸ ਲੈਕਚਰ ਦਾ, which of the following gases can be used for storage? ਧਿਆਨ ਨਾਲ ਆਨਸਰ ਦਿਓ, ਪਹਿਲੇ ਕੁਐਸਚਨਸ ਤੇ MCQs ਦੇ ਆਪਸ਼ਨਸ ਪੜੋ। ਕਾਰਬਨ ਡਾਈਆਕਸਾਈਡ ਔਰ ਆਕਸੀਜਨ, नाइट्रोजन और ऑक्सीजन, कार्बन डाइऑक्साइड और हीलियम, हीलियम और नाइट्रोजन। हीलियम और नाइट्रोजन, हीलियम और हीलियम एंड नाइट्रोजन, हीलियम और नाइट्रोजन। सोच लिया ना? अच्छा, क्यों आया हीलियम और नाइट्रोजन? क्योंकि हम कार्बन डाइऑक्साइड एसिडिटी तो भी रोकते हैं, ऑक्सीडेशन तो रोकते हैं, हैं ऑक्सीडेशन होने तो रोकते हैं गैसेस। हाँ, नाले बेटा देखो, जो ਤੁਹਾਨੂੰ ਮੈਮ ਨੇ ਬੇਸਿਕਲੀ ਆਪਾਂ ਹੀਲੀਅਮ ਆਪਸ਼ਨ ਨਹੀਂ ਕਰਾਈ, ਤੁਹਾਨੂੰ ਇਹ ਪਤਾ ਹੈ ਕਿ ਆਕਸੀਜਨ ਜਿਹੜਾ ਬੇਸਿਕਲੀ ਆਕਸੀਡੇਸ਼ਨ ਕਰੇਗਾ, ਹਨਾ। ਕਿਸੇ 'ਚ ਤੁਸੀਂ ਆਕਸੀਜਨ ਇਹ ਥੋੜੀ ਪਾ ਦੋਗੇ ਕਿ ਆਕਸੀਡੇਸ਼ਨ ਪ੍ਰੀਵੈਂਟ ਹੋ ਜਾਏਗੀ, ਉਹ ਤੇ ਆਕਸੀਡੇਸ਼ਨ ਨੂੰ ਕਰੇਗਾ। ਇਸ ਲਈ कार्बन डाइऑक्साइड और ऑक्सीजन, नाइट्रोजन और ऑक्सीजन, कार्बन डाइऑक्साइड और हीलियम ते हीलियम और नाइट्रोजन, ਇਹਦੇ ਵਿੱਚੋਂ ਕਿਹੜਾ ਚੱਲੇਗਾ? ਹੀਲੀਅਮ ਔਰ ਨਾਈਟ੍ਰੋਜਨ, ਠੀਕ ਹੈ। ਇਹ ਦੋਨੋਂ ਗੈसेस ਇਦਾਂ ਦੀਆਂ ਹਨ ਜਿਹੜੀਆਂ ਪ੍ਰੀਵੈਂਟ ਕਰਦੀਆਂ ਹਨ ਆਕਸੀਡੇਸ਼ਨ, ਠੀਕ ਹੈ। ਅੱਗੇ ਮੈਂ ਇੱਕ ਚੀਜ਼ ਲਈ ਹੈ ਵੈਰੀ ਇੰਪੋਰਟੈਂਟ, ਮੈਟਲਸ ਐਂਡ ਨਾਨ ਮੈਟਲਸ। ਡਿਫਰੈਂਸ ਲਿਆ ਮੈਂ, ਦੋ ਗੱਲਾਂ ਕਰਕੇ ਮੈਂ ਡਿਫਰੈਂਸ ਲਿਆ। ਇੱਕ ਤਾਂ ਪਹਿਲੀ ਗੱਲ, ਤੁਹਾਡਾ ਪੇਪਰ ਜੋ ਵੀ ਆ ਰਿਹਾ ਹੈ ਉਹਦੇ ਵੀ ਕਲੀਅਰ ਹੋ ਜਾਏਗਾ ਤੁਹਾਡਾ ਪੁਆਇੰਟਸ। ਤੇ ਦੂਜੀ ਗੱਲ ਨਾ, ਜਿਹੜੇ ਕੁਐਸਚਨ NTSC ਚ ਪੁੱਛੇ ਜਾਂਦੇ ਆ, ਉਹ ਨਾ ਮੈਨੂੰ ਇੱਥੇ ਬੜਾ ਵਧੀਆ ਲੱਗਾ ਕਿ ਇਹਨਾਂ ਨੇ ਨਾ ਐਕਸੈਪਟ ਕਰਕੇ ਲਿਖਿਆ ਹੋਇਆ ਸੀ, ਠੀਕ ਹੈ। ਜਿੱਦਾਂ ਦੇਖੋ, ਮੈਟਲਸ ਆਰ ਸੋਲਿਡਸ, ਤੁਹਾਨੂੰ ਸਭ ਨੂੰ ਪਤਾ ਮੈਟਲ ਸੋਲਿਡ ਹੁੰਦੀਆਂ, ਪਤਾ ਹੈ ਕਿ ਨਹੀਂ? ਛੇਤੀ ਬੋਲੋ, ਪਤਾ ਨਾ? ਹਾਂ। ਤੇ ਤੁਹਾਨੂੰ ਪਤਾ ਹੈ ਕਿ ਨਾਨ ਮੈਟਲਸ ਹੁੰਦੀਆਂ ਸੋਲਿਡ, ਲਿਕੁਇਡ ਤੇ ਗੈਸਸ। ਹੁਣ ਮੇਰੀ ਗੱਲ ਸੁਣੋ, ਉਹਨੇ ਦੇਖੋ ਮੈਟਲਸ ਆਰ ਸੋਲਿਡ, ਮੇਰੀ ਸਕਰੀਨ ਕਲੀਅਰ ਹੈ ਨਾ ਤੁਹਾਨੂੰ? यस मैम। हाँ, देखो उन्हें क्या मेटल्स आर सॉलिड, है ना, उन्हें क्या मेटल्स आर सॉलिड, पर उन्हें ब्रैकेट्स की लिखता देखो, मरकरी, एक्सेप्ट मरकरी। हुन पेपर च ਤੁਹਾਨੂੰ NTSC ਦਾ ਲੈਵਲ ਦਾ ਜਦੋਂ ਅਸੀਂ ਪੇਪਰ ਕਰਨਾ ਨਾ, ਉਹ ਚ ਇਹ ਨਹੀਂ ਪੁੱਛਣਾ ਤੁਹਾਨੂੰ what is the physical quality of metal, that is solid, liquid, gases। ਉਹ ਚ ਤੁਹਾਨੂੰ ਪੁੱਛਣਾ all metals are solid except मरकरी। हाँ, चार ऑप्शंस ਦਿੱਤੀਆਂ ਹੋਣੀਆਂ ਥੱਲੇ। ਇਸ ਲਈ ਮੈਂ ਡਿਫਰੈਂਸ ਲਿਆ ਕਿਉਂਕਿ ਮੈਨੂੰ ਬੜਾ ਵਧੀਆ ਲੱਗਾ ਕਿ ਇਹ ਚ ਐਕਸੈਪਸ਼ਨਸ ਦਿੱਤੀਆਂ ਹੋਈਆਂ। ਅਗਲਾ ਦੇਖੋ, ਮੈਟਲਸ ਆਰ ਹਾਰਡ ਐਕਸੈਪਟ सोडियम, पोटेशियम। ਜਦੋਂ ਪੇਪਰ ਚ ਕੁਐਸਚਨ ਆਣਾ all metals are hard except, ਥੱਲੇ ਲਿਖਿਆ ਹੋਣਾ ਸੋਡੀਅਮ, ਪੋਟਾਸ਼ੀਅਮ ਜਾਂ ਫਿਰ ਵੀ ਕੋਈ ਹੋਰ ਆਪਸ਼ਨ, ਠੀਕ ਹੈ ਨਾ। ਤੇ ਤੁਸੀਂ ਕਿਹੜੀ ਆਪਸ਼ਨ ਟਿਕ ਕਰਨੀ? Sodium and potassium. Non-metals which are solid are brittle. Diamond is the hardest. The hardest known substance is called as graphite, sodium, diamond के all of above. केड़ा आएगा? Diamond. अच्छा जी, diamond किदा allotrope ਹੁੰਦਾ? कार्बन। अच्छा जी, कार्बन ਦਾ allotrope ਹੁੰਦਾ। Name other, ਇਹ ਮੈਂ ਤੁਹਾਨੂੰ ਟੌਪਿਕ ਕਰਵਾਇਆ ਹੋਇਆ, ਨੇਮ ਅਦਰ ਐਲੋਟ੍ਰੋਪਸ ਆਫ ਕਾਰਬਨ। Buckminster fluorine. How many carbons are present in Buckminster fluorine? 60। ਹਾਂ, ਮੈਂ ਨਾਲ ਤੁਹਾਡੇ MCQs ਕਵਰ ਕਰੀ ਜਾਨੀ ਪਈ ਉਸ ਚੈਪਟਰ ਦੇ। ਅੱਛਾ ਜੀ, metals have metallic luster. Luster मतलब चमक। नॉन मेटल्स डू नॉट हैव लस्टर, सम हैव डल लस्टर, ठीक है। मेटल्स हैव हाई बॉइलिंग मेल्टिंग पॉइंट एंड बॉइलिंग पॉइंट, नॉन मेटल्स हैव लो मेल्टिंग एंड बॉइलिंग पॉइंट। मेटल्स आर malleable, कैन बी ड्रॉन इनटू शीट्स। अच्छा, आ क्वेश्चन बड़ा बच्चे इत्थे बड़ा कंफ्यूज हुंदे है। मैलेबल है मेटल्स क्योंकि वो शीट्स च ड्रॉन कर सकते हैं आपां, ठीक है। ते नॉन मेटल्स आर नॉन मैनेबल। समझ लगी गल? ਜਿਹੜੇ ਮੈਟਲ ਆ ਉਹ ਮੈਲੇਬਲ ਹੈ ਤੇ ਉਹਨਾਂ ਨੂੰ ਆਪਾਂ ਸ਼ੀਟਸ 'ਚ ਜਿਹੜਾ ਡਰਾਨ ਕਰ ਸਕਦੇ। ਅੱਛਾ, ਬੱਚੇ ਪਤਾ ਕਿੱਥੇ ਕਨਫਿਊਜ਼ ਰਹਿੰਦੇ ਆ? ਇਹਨਾਂ ਨੂੰ ਸ਼ੀਟਸ ਤੇ ਵਾਇਰਸ 'ਚ ਬੜੀ ਕਨਫਿਊਜ਼ਨ ਹੁੰਦੀ ਹੈ। ਅੱਛਾ, ਸ਼ੀਟਸ ਦੀ ਮੈਨੂੰ ਐਗਜ਼ਾਮਪਲ ਦਿਓ ਕੋਈ, ਮੈਟਲਸ ਜਿਹੜੇ ਮੈਲੇਬਲ ਹੈ ਜਿਹਨੂੰ ਆਪਾਂ ਸ਼ੀਟਸ 'ਚ, ਕੋਈ ਐਗਜ਼ਾਮਪਲ ਦਿਓ। ਆਇਰਨ ਦੇ ਨੀਚੇ ਜਿਹੜੀ ਪਲੇਟ, ਹਾਂ, ਆਇਰਨ ਦੇ ਨੀਚੇ ਪਲੇਟ ਹੁੰਦੀ। ਅਲਮੀਨੀਅਮ ਤਾਂ ਚਲੋ ਆਪਾਂ ਸੁਣਿਆ, ਫੋਇਲ ਵਗੈਰਾ ਆਪਾਂ ਯੂਜ਼ ਕਰਦੇ ਆ। ਤੇ ਡਕਟਿਲਿਟੀ ਕੀ ਹੈ? ਮੈਟਲਸ ਆਰ ਡਕਟਾਈਲ, ਕੈਨ ਬੀ ਮੇਡ ਇਨਟੂ ਵਾਇਰਸ। ਇਹਦੀ ਸਭ ਤੋਂ ਵੱਡੀ ਐਗਜ਼ਾਮਪਲ ਕਿਹੜੀ ਹੈ?
copper. Non-metals are non-malleable ਤੇ non-ductile. Metals are good conductor of electricity and heat. Non-metals are bad conductor of electricity and heat. ਆ ਮੈਂ ਤੁਹਾਨੂੰ ਪੜਾਉਣਾ ਚਾਹਨੀ ਆ except graphite है ना हाँ बेटा ये क्वेश्चन आना है all non metals are bad conductor of heat and electricity except देखो सीधा थोड़ी आ जाना ਤੁਹਾਨੂੰ क्वेश्चन ते क्वेश्चन आने exceptions वाले ठीक है सीधा थोड़ी उन्होंने पूछने लगा कि non metals are good conductor of electricity or bad अच्छा last is metals are sonorous produces sound ठीक है नॉन मेटल्स आर नॉट सोनोरस अच्छा मैनू मेटल्स आर सोनोरस की एग्जांपल दो कोई घंटी कादी बनी हुंदी स्कूल दी आयरन दी भी बनी हो सकती है बिल्कुल ठीक है अच्छा चलो हुण पहले क्वेश्चन ते आ जाइए the non metal which ਹੁਣ ਦੇਖੋ ਉਹਦਾ ਹੀ ਕੁਐਸਚਨ ਮੈਂ ਤੁਹਾਨੂੰ ਪੁੱਛਿਆ ਐਕਸੈਪਸ਼ਨ ਦਾ the non metal which is liquid at room temperature is mercury bromine carbon ਕੇ helium mercury ਦੇਖਿਆ ਆ ਬੋਲਿਆ ਨਾ ਮਰਕਰੀ ਮੈਨੂੰ ਦੇਖ ਮੈਂ ਜਦੋਂ ਮੈਂ ਕੁਐਸਚਨ ਕਰਾਂਦੀ ਆ ਨਾ ਮੈਂ ਇਹੀ ਕਹਿੰਦੀ ਆ ਕਿ ਅੱਧਿਆਂ ਦੇ ਬਿਨਾ ਪੜੇ ਮਰਕਰੀ ਲਿਖ ਦੇਣ ਕੁਐਸਚਨ ਪੜੋ ਜੀ नॉन मेटल पूछे ब्रोमीन है ब्रोमीन आएगा वट इज द ਤੁਹਾਨੂੰ ਲੱਗਦਾ ਹੈ ਕਿ ਮਤਲਬ ਬਹੁਤ ਈਜ਼ੀ ਹੈ ਸਾਡੀ ਰਿਵੀਜ਼ਨ ਹੋ ਰਹੀ ਹੈ ਪਤਾ ਇਹੀ ਗਲਤੀਆਂ ਤੁਸੀਂ ਐਨਟੀਐਸਸੀ ਚ ਕਰਨੀਆਂ ਠੀਕ ਹੈ ਕਿੰਨੇ ਬੋਲਿਆ ਸੀ ਬ੍ਰੋਮੀਨ ਇਮਾਨਦਾਰੀ ਨਾਲ ਮਰਕਰੀ ਇਮਾਨਦਾਰੀ ਨਾਲ ਦੱਸ ਦੋ ਬॉय ਬੋਲਿਆ ਸੀ ਕੋਈ ਸਤੀਸ਼ ਤੁਸੀਂ ਬੋਲੇ ਸੀ ਨਾ ਕੌਣ ਬੋਲਿਆ ਸੀ ਇੱਕ ਗਰਲਸ ਨੇ ਬੋਲੀ ਸੀ ਹਾਂ ਤੇ ਤੂੰ ਵੀ ਨਾਲ ਬੋਲਿਆ ਸੀ ਹਨਾ ਬੋਲਿਆ ਸੀ ਨਾ ਹਾਂਜੀ ਬਿਕੋਜ਼ ਤੁਸੀਂ ਗਲਤੀ ਇਹੀ ਕਰਨੀ ਦੈਟਸ ਵਾਈ ਇਹ ਨਹੀਂ ਕਿ ਇਹ ਬਹੁਤ ਈਜ਼ੀ ਹੈ ਸਾਰਿਆਂ ਨੂੰ ਪਤਾ ਹੈ ਜੀ ਨਾਨ ਮੈਟਲ ਕਿਹੜਾ ਬ੍ਰੋਮੀਨ ਪਰ ਜਦੋਂ ਐਡੇ ਹਾਇਰ ਲੈਵਲ ਦਾ ਪੇਪਰ ਹੁੰਦਾ ਅੱਧੇ ਤੇ ਆਪਾਂ ਤਾਂ ਕਨਫਿਊਜ਼ ਹੁੰਨੇ ਆ ਕਿ ਖਰੇ ਕੀ ਆ ਜਾਣਾ ਤੇ ਅੱਧੇ ਅਸੀਂ ਡਰੇ ਹੁੰਨੇ ਆ ਡਰਦੇ ਮਾਰੇ ਅੱਧਿਆਂ ਨੇ ਮਰਕਰੀ ਟਿਕ ਕਰ ਆਣਾ ਫਿਰ ਜਦੋਂ ਰਿਜ਼ਲਟ ਆਣਾ ਉਹਨਾਂ ਨੇ ਕਹਿਣਾ ਹਾਏ ਸਾਡਾ ਤਾਂ ਠੀਕ ਸੀ ਇਹ ਕਿੱਦਾਂ ਗਲਤ ਹੋ ਗਿਆ ਬਿਕੋਜ਼ ਉੱਤੇ ਨਾਨ ਮੈਟਲ ਪੁੱਛਿਆ ਬੇਟਾ ਤਾਂ ਹੀ ਮੈਂ ਕਹਿ ਰਹੀ ਹਾਂ ਇੰਟੈਲੀਜੈਂਟ ਨਹੀਂ ਬ੍ਰੇਨੀ ਦਾ ਕਲੀਅਰ ਹੋਣਾ ਜਿਹਦੀ ਕਾਮਨ ਸੈਂਸ ਹੈ ਪ੍ਰੈਜ਼ੈਂਸ ਆਫ ਮਾਈਂਡ ਹੈ ਠੀਕ ਹੈ ਸੁਮਨ ਐਨੋਨੇਟ ਨਾ ਕਰੋ ਸਕਰੀਨ ਤੇ ਬੇਟਾ what is next this is very interesting question the number of protons in an atom element A is 19 number of electron in ion A positive is ਕੱਢੋ ਵੀ 19 very good 19 ਆ ਸਾਡੇ ਟੌਪਰ ਹੈ 18 20 21 ਇਹੀ ਦੋ ਰਹਿ ਗਈਆਂ ਬਸ ਹਾਂ ਸਾਨਿਆ ਕੀ ਕਾਲੀ ਹੈ ਕੋਈ ਜਾਣਾ ਕਿਤੇ ਹੈ ਜਾਣਾ ਹੈ ਕਿਤੇ ਸਾਨੀਆ ਨੇ ਤੇ ਸਤੀਸ਼ ਨੇ ਮੈਨੂੰ ਲੱਗਦਾ ਸਾਨੀਆ ਤੇ ਸਤੀਸ਼ ਨੂੰ ਜ਼ਿਆਦਾ ਕਾਲੀ ਹੈ ਹਨਾ number of protons in an atom is ਕੀ ਹੈ number of protons in an atom of element A is 19 ਤੇ number of electrons in A positive ਪਹਿਲੀ ਗੱਲ ਤੇ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਹੈ ਕਿ number of protons ਤੇ number of electrons ਦੋਨੋਂ ਕੀ ਹੁੰਦੇ ਨੇ ਇਕੁਅਲ ਤੇ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਕਿਹਾ 19 ਪ੍ਰੋਟੋਨ ਹੈ ਤੇ ਚਲੋ ਜੀ 19 ਇਲੈਕਟ੍ਰੋਨ ਹੋ ਗਏ बेटा नाल देखो तो सही आइन पूछया A पॉजिटिव पूछया A पॉजिटिव दा मतलब की होया ਉਹ ਦਿੰਦਾ ਹੈ ਇੱਕ ਇਲੈਕਟ੍ਰੋਨ काजल बोलो तुसी काजल बुलंदपुर तो काजल हाँ जी बोलो तुसी A पॉजिटिव दा बेटा की मतलब होया उसमें एक वो इलेक्ट्रॉन गेन किया ਕੱਲ ਦੀ ਮੈਂ ਲੈਕਚਰ 'ਚ ਬੋਲੀ ਜਾਂਦੀ ਹਾਂ ਕਿ ਜੇ ਆਪਾਂ ਵੀ ਹੈਵ ਅ ਪੋਜ਼ਿਟਿਵ ਚਾਰਜ ਔਨ ਅਸ ਤੇ ਇਹਦਾ ਮਤਲਬ ਵੀ ਫੀਲ ਵੈਰੀ ਕਿ ਹਾਂ ਵੀ ਅਸੀਂ ਦਿੱਤਾ ਹੈ ਤੇ ਉਹਨੇ ਇੱਕ ਇਲੈਕਟ੍ਰੋਨ ਕੀ ਕੀਤਾ ਦਿੱਤਾ ਜਦੋਂ ਉਹਨੇ ਇੱਕ ਇਲੈਕਟ੍ਰੋਨ ਦਿੱਤਾ ਤੁਹਾਨੂੰ ਪਤਾ ਦੇਖੋ ਕਨਫਿਊਜ਼ਨ ਇਸ ਕੁਐਸਚਨ 'ਚ ਉਹਨੇ ਦੋ ਜਗ੍ਹਾ ਪਾਈ
ਇੱਕ ਤਾਂ ਉਹਨੇ ਇਲੈਕਟ੍ਰੋਨ ਨਹੀਂ ਕਿਹਾ, ਇੱਕ ਉਹਨੇ ਇੱਥੇ ਪ੍ਰੋਟੋਨ ਵਰਡ ਯੂਜ਼ ਕੀਤਾ। ਪਹਿਲੀ ਗੱਲ ਤਾਂ ਉਸ ਬੱਚੇ ਨੇ ਕਨਫਿਊਜ਼ ਹੋਣਾ ਜਿਹਨੂੰ ਇਹ ਨਹੀਂ ਪਤਾ ਕਿ ਨੰਬਰ ਆਫ ਇਲੈਕਟ੍ਰॉन्स ਤੇ ਨੰਬਰ ਆਫ ਪ੍ਰੋਟੋਨਸ ਇਨ ਐਨ ਐਟਮ ਦੋਨੋਂ ਇਕੁਅਲ ਹੁੰਦੇ ਨੇ, ਠੀਕ ਹੈ। ਜਦੋਂ ਉਸ ਬੱਚੇ ਨੂੰ ਇਹ ਪਤਾ ਲੱਗ ਗਿਆ, ਜਿਹਨੂੰ ਇਹ ਪਤਾ ਹੈ ਕਿ ਨੰਬਰ ਆਫ ਪ੍ਰੋਟੋਨਸ ਤੇ ਨੰਬਰ ਆਫ ਇਲੈਕਟ੍ਰॉन्स ਇਕੁਅਲ ਹੁੰਦੇ ਨੇ, ਉਹਨੇ ਫਿਰ ਸਾਨਿਆਂ ਵਰਗਿਆਂ ਨੇ ਜਾਂ ਮਤਲਬ ਉਹਨਾਂ ਵਰਗਿਆਂ ਨੇ ਇੱਥੇ ਕਨਫਿਊਜ਼ ਹੋਣਾ ਕਿ ਉਹਨਾਂ ਨੇ A ਪੋਜ਼ਿਟਿਵ ਨਹੀਂ ਪੜਨਾ। ਹੁਣ 19 ਇਲੈਕਟ੍ਰॉन्स ਹੈ, 19 ਪ੍ਰੋਟੋਨਸ ਹੈ, ਹਨਾ। ਹੁਣ ਆਪਾਂ 19 ਚੋਂ 1 ਮਾਈਨਸ ਕਰਤਾ ਕਿਉਂਕਿ 19 ਪੋਜ਼ਿਟਿਵ ਚਾਰਜ ਹੈ। ਹੁਣ ਇੱਕ ਗੱਲ ਹੋਰ ਕਿ ਜਿੱਦਾਂ ਹੁਣ ਉਹਨੇ ਕਾਜਲ ਨੇ ਗਲਤ ਬੋਲਤਾ ਕਿ ਮੈਮ ਇਹਦਾ ਮਤਲਬ ਕਿ ਇਹਨੇ ਇੱਕ ਇਲੈਕਟ੍ਰॉन ਗੇਨ ਕੀਤਾ। ਬੇਟਾ ਜੀ ਜਦੋਂ ਸਾਡੇ ਤੇ ਪੋਜ਼ਿਟਿਵ ਚਾਰਜ ਹੈ, ਮੈਂ ਤਾਂ ਤੁਹਾਨੂੰ ਲੇਮੈਨ ਦੀ ਲੈਂਗੁਏਜ ਸਮਝਾ ਰਹੀ ਹਾਂ, ਮੈਂ ਤਾਂ ਤੁਹਾਨੂੰ ਕੋਈ ਕੈਮਿਸਟਰੀ ਬੋਲ ਹੀ ਨਹੀਂ ਰਹੀ। ਮੈਂ ਕਹਿ ਰਹੀ ਹਾਂ ਕਿ ਤੁਸੀਂ ਯੂ ਫੀਲ ਅ ਗ੍ਰੇਟ, ਹਾਂ ਵੀ ਮੈਂ ਦਿੱਤਾ, ਮੇਰੇ ਤੇ ਪੋਜ਼ਿਟਿਵ ਚਾਰਜ ਹੈ। ਇਤੋਂ ਯਾਦ ਰੱਖੋ। ਤੁਸੀਂ ਕਿਉਂ ਯਾਦ ਰੱਖਦੇ ਹੋ? ਮੈਂ ਤਾਂ ਤੁਹਾਨੂੰ ਕੋਈ ਯਾਦ ਕਰਾ ਹੀ ਨਹੀਂ ਰਹੀ, ਮੈਂ ਤੁਹਾਨੂੰ ਕਹਿ ਰਹੀ ਤੁਸੀਂ ਫੀਲ ਕਰ ਰਹੇ ਹੋ ਕਿ ਤੁਹਾਡੇ ਤੇ ਪੋਜ਼ਿਟਿਵ ਚਾਰਜ ਹੈ। ਹਾਂਜੀ ਜੀ, ਅਸੀਂ ਕਿਸੇ ਨੂੰ ਕੁਝ ਦਿੱਤਾ ਜੀ, ਵੀ ਹੈਵ ਅ ਪੋਜ਼ਿਟਿਵ ਚਾਰਜ। ਅਸੀਂ ਕਿਸੇ ਕੋ ਕੁਝ ਲਿਆ, ਸਾਡੇ ਤੇ ਨੈਗੇਟਿਵ ਚਾਰਜ ਹੈ। ਜਦੋਂ ਤੁਸੀਂ ਕਿਸੇ ਨੂੰ ਦਿੱਤਾ ਤਾਂ ਆਬਵੀਅਸ ਹੈ ਤੁਸੀਂ ਘਾਟਾ ਹੀ ਖਾਓਗੇ। ਜੇ 19 ਹੈ ਤੇ ਆਨਸਰ ਕਿੰਨਾ ਆਏਗਾ ਫਿਰ? ਕਿੰਨਾ ਆਏਗਾ? 18 ਆਏਗਾ, ਠੀਕ ਹੈ। ਹੁਣ ਜੇ ਕਿਸੇ ਨੂੰ ਇਸ ਕੁਐਸਚਨ 'ਚ ਕੋਈ ਵੀ ਕਨफ्यूजन है तो मैंने दस दो। नो मैम, सब क्लियर है। सब क्लियर है ना? सबके साथ ज्यादा क्लियर होना चाहिए क्योंकि यहाँ 3 कंसेप्ट मैंने आपको क्लियर कर दिए कि नंबर ऑफ प्रोटॉन्स और नंबर ऑफ इलेक्ट्रॉन्स के बारे में वो पूछेगा, आयन के बारे में। यहाँ ए पॉजिटिव है पेपर में, ए नेगेटिव हो सकता है। फिर क्या आंसर आएगा अगर ए नेगेटिव हो? 20, हाँ 20, ठीक है। ਹੁਣ ਨਹੀਂ ਮੈਨੂੰ ਲੱਗਦਾ ਇਹਦੇ ਰਿਲੇਟਡ ਤੁਹਾਨੂੰ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ। ਚਲੋ ਜੀ, ਮੂਵ ਔਨ ਟੂ ਨੈਕਸਟ ਕੁਐਸਚਨ। ਵੈਰੀ ਇੰਪੋਰਟੈਂਟ ਕੁਐਸਚਨ। ਬੌਕਸਾਈਟ ਇਜ਼ ਐਨ ਓਰ ਆਫ ਆਇਰਨ, ਐਲੂਮੀਨੀਅਮ, ਮਰਕਰੀ, ਕਾਪਰ। एल्यूमिनियम। कौन बोला एल्यूमिनियम? ਇਹ ਨਾ ਪੋਰਸ਼ਨ ਨਾ ਤੁਹਾਡੇ ਨਾ ਇਸ ਵਾਰੀ ਨਾ 10ਵੀਂ ਦੇ ਸਿਲੇਬਸ ਚੋਂ ਕੱਟਦਾ ਹੈ। ਉਹਨਾਂ ਨੇ ਨਾ ਜਿਹੜਾ ਨਿਸ਼ਕਰਸ਼ਨ ਹੈ ਨਾ, ਐਕਸਟ੍ਰੈਕਸ਼ਨ ਔਰ ਅਕਰੈਂਸ ਆਫ ਮੈਟਲ, ਉਹਨਾਂ ਨੇ ਕੱਟ ਦਿੱਤਾ। ਬਟ ਐਨਟੀਐਸਸੀ ਚ ਬੇਟਾ ਸਿਲੇਬਸ ਚ ਕੋਈ ਫਰਕ ਨਹੀਂ ਪੜਿਆ। ਤੁਸੀਂ ਓਰਸ ਨਾ ਯਾਦ ਕਰਨੇ ਆ। ਆਇਰਨ ਦਾ ਕਿਹੜਾ ਸਭ ਤੋਂ ਇੰਪੋਰਟੈਂਟ ਓਰ ਹੈ, ਐਲੂਮੀਨੀਅਮ ਦਾ ਕਿਹੜਾ ਸਭ ਤੋਂ ਇੰਪੋਰਟੈਂਟ ਓਰ ਹੈ, ਮਰਕਰੀ ਦਾ ਕਿਹੜਾ ਸਭ ਤੋਂ ਇੰਪੋਰਟੈਂਟ ਓਰ ਹੈ, ਕਾਪਰ ਦਾ ਕਿਹੜਾ ਹੈ। ਤਾਂ ਇਹ ਜਿਹੜਾ ਆਨਸਰ ਹੁਣ ਤੁਸੀਂ ਬੋਲਿਆ, that is very right, that bauxite is an ore of aluminium। ठीक है, ठीक है, पता है ना, bauxite is an ore of aluminium। ओके, चलो ये हाँ। ਹੁਣ क्वेश्चन ਦਾ आंसर भी सतीश ही देगा। the metal which is liquid at room temperature, mercury। ठीक है ना? ਹੁਣ तेरा आंसर सही है, ठीक है। नॉन मेटल विच इज लिक्विड एट रूम टेम्परेचर, ब्रोमीन। ठीक है। ਹੁਣ ਜੇ ਇਹ ਕੁਐਸਚਨ ਤੁਹਾਡੇ ਪੇਪਰ 'ਚ ਗਲਤ ਹੋਏ ਨਾ ਤਾਂ ਡੰਡਾ ਫੜ ਕੇ ਕੁੱਟਣਾ ਤੁਹਾਨੂੰ, ਠੀਕ ਹੈ। ਚਲੋ, very important question, the composition of aqua regia is, ਹਾਂਜੀ ਬੋਲੋ। ਸੁਨੇ ਤੁਸੀਂ ਪੜ੍ਹੇ ਨਹੀਂ ਮੈਟਲਸ ਨॉन ਮੈਟਲਸ ਚੈਪਟਰ ਨਾ, ਚੱਜ ਨਾ ਪੜ੍ਹੇ ਨਹੀਂ ਨਾ? ਪੜ੍ਹੇ ਕਿਸੇ ਨੇ? ਕੋਈ ਕਹਿੰਦਾ ਮੈਡਮ ਮੈਂ ਆ ਚੈਪਟਰ ਬਹੁਤ ਅੱਛੀ ਤਰ੍ਹਾਂ ਪੜ੍ਹ ਲਏ, ਕੈਮਿਸਟਰੀ ਦੇ ਪਹਿਲੇ 5, ਮੈਨੂੰ ਜਿਹੜਾ ਮਰਜ਼ੀ ਕੁਐਸਚਨ ਪੁੱਛ ਲਓ ਇਹਨਾਂ ਚੋਂ। ਚਲੋ ਫਿਰ ਦੱਸੋ ਐਕਵਾ ਰੀਜੀਆ ਕੀ ਹੁੰਦਾ? ਬੇਟਾ ਜੀ, ਐਕਵਾ ਰੀਜੀਆ ਇੱਕ ਇਹੋ ਜੀ ਚੀਜ਼ ਹੈ ਜਿਹੜੀ ਸੋਨੇ ਨੂੰ ਵੀ ਆਪਣੇ 'ਚ ਪਿਘਲਾ ਲੈਂਦੀ ਹੈ, ਠੀਕ ਹੈ। ਐਕਵਾ ਰੀਜੀਆ ਇਜ਼ ਬੇਸਿਕਲੀ ਨੋਨ ਐਜ਼ ਰਾਇਲ ਵਾਟਰ। ਕੀ ਕਹਿੰਦੇ ਆਪਾਂ ਐਕਵਾ ਰੀਜੀਆ ਨੂੰ? ਕੀ ਕਹਿੰਦੇ ਆ? ਬੋਲੋ, ਰਾਇਲ ਵਾਟਰ। ਇਹਦਾ ਕੀ ਹੁੰਦਾ ਜੀ, ਇਹ 'ਚ 3:2। ਵੈਸੇ ਮੈਨੂੰ ਹੈਰਾਨੀ ਹੋਈ ਕਿ ਆਪਾਂ 25 ਬੱਚੇ ਆ ਤੇ ਆਪਾਂ ਕਿਸੇ ਨੇ ਵੀ ਮਤਲਬ ਨਹੀਂ ਆਨਸਰ ਦਿੱਤਾ। ਇਟਸ ਵੈਰੀ ਮਤਲਬ ਮੈਨੂੰ ਹੈਰਾਨੀ ਹੋਈ ਹੈ। ਤੇ ਦੇਖੋ ਹੁਣ ਆ ਇਹਦੀ ਕੰਪੋਜੀਸ਼ਨ ਆਫ ਐਕਵਾ ਰੀਜੀਆ ਕੀ ਹੈ ਕਿ ਡਿਲੂਟ HCl, ਕੰਸਨਟ੍ਰੇਟਡ HNO3। ਡਿਲੂਟ ਮਤਲਬ ਪਤਲਾ ਤੇ ਕੰਸਨਟ੍ਰੇਟਡ ਮਤਲਬ ਗਾੜਾ। ਬੇਟਾ ਜੀ, ਐਕਵਾ ਰੀਜੀਆ ਦੀ ਕੰਪੋਜੀਸ਼ਨ ਹੁੰਦੀ ਹੈ ਕੰਸਨਟ੍ਰੇਟਡ HCl ਤੇ ਕੰਸਨਟ੍ਰੇਟਡ ਨਾਈਟ੍ਰਿਕ ਐਸਿਡ, ਦੋਨੋਂ ਜਿਹੜੇ ਬਹੁਤ ਗਾੜੇ, ਜਿਨ੍ਹਾਂ ਦੀ ਰੇਸ਼ੀਓ ਕੀ ਹੁੰਦੀ ਹੈ 3:1। ਇਹਨੂੰ ਆਪਾਂ ਰਾਇਲ ਵਾਟਰ ਵੀ ਕਹਿੰਦੇ ਆ। ਕੀ ਕਹਿੰਦੇ ਆ?
ਰੋਇਲ Royal water. ਵਾਟਰ। ਔਰ ਇਹਦੀ ਇੰਨੀ ਕੁ ਜ਼ਿਆਦਾ ਇਹਦੀ ਕੈਪੇਬਿਲਿਟੀ ਹੈ ਕਿ ਇਹ 골ਡ ਨੂੰ ਵੀ ਆਪਣੇ ਵਿੱਚ ਘੋਲ ਲੈਂਦਾ ਹੈ। ਮਤਲਬ ਜਿੱਦਾਂ ਤੁਸੀਂ ਕੋਈ ਰਿੰਗ ਪਾਈ ਹੈ ਨਾ, ਤੇ ਜੇ ਬਾਈ ਚਾਂਸ ਤੁਸੀਂ ਉਹ ਐਕਵਾ ਰਿਜੀਆ ਚ ਇਸ ਰੇਸ਼ੀਓ ਚ, ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ, ਕੰਸਨਟ੍ਰੇਟਡ HCl ਤੇ ਕੰਸਨਟ੍ਰੇਟਡ ਨਾਈਟ੍ਰਿਕ ਐਸਿਡ 3:1, ਠੀਕ ਹੈ। ਤੇ ਇਹ 골ਡ ਅਤੇ ਪਲੈਟੀਨਮ ਨੂੰ ਵੀ ਆਪਣੇ ਵਿੱਚ ਘੋਲ ਲੈਂਦਾ ਹੈ, ਠੀਕ ਹੈ। ਪਤਾ ਲੱਗ ਗਿਆ ਨਾ ਆਨਸਰ ਕੀ ਹੈ? ਇੱਕ ਬੱਚਾ ਬੋਲੋ। Yes, ma'am. लगता पता. Yes, ma'am. ਕੀ ਹੈ? Concentrate. Concentrated hydrochloric plus concentrated nitric acid. प्लस नहीं बोलना, प्लस नहीं बोलना, रेशियो बोलनी, ठीक है। कंसंट्रेटेड हाइड्रोक्लोरिक एसिड, रेशियो कंसंट्रेटेड नाइट्रिक एसिड, एंड इट इज 3:1, ठीक है जी। हो गया क्लियर? चलिए अगले क्वेश्चन पे चलो। Yes, ma'am. ये हो गया साडा। हाँ, द एबिलिटी ऑफ मेटल्स टू ड्रॉन इनटू थिन वायर। Ductility. Ductility. पक्का वायर डक्टिलिटी हुंदा Yes, ma'am. ते मैलेबिलिटी की हुंदा? Ma'am, heat. हाँ जी, Ma'am, heat convert कर देना. हाँ बिल्कुल ठीक है। चलो, नाउ नेक्स्ट इज which of the following metal exist in their native state in the nature? Al, magnesium, zinc, और ये क्या है? Au। अच्छा, मैं जिन्हों पूछांगी ना उन्होंने आंसर देना, ठीक है। पहले तो मैनू ना Al दा नाम दसो। Aluminium. एल्यूमिनियम। हाँ, Al दा नाम दसो, एल्यूमिनियम, ठीक है। अच्छा, अगे अगे Magnesium. हाँ, मैग्नीशियम। अगे Zn की हुंदा? ते Au की हुंदा? Gold. अच्छा, हुण आंसर दो क्वेश्चन दा भी। दो क्वेश्चन दा आंसर विच इज इच की औखा विच ऑफ द। हुण मैनू रैंडमली कोई भी जाना एक्टिविटी सीरीज सुनाओ, सुनाओ एक्टिविटी सीरीज। हाँ जसमीन कौर, एक्टिविटी सीरीज सुनाओ बेटा। Ma'am, calcium. Ma'am, ऐसे सुना. नहीं, एक्टिविटी सीरीज पोटाशियम, सोडियम। हाँ जी जसमीन कौर, तुसी सुनानी है हुण। Potassium, sodium, हाँ जी, कैल्शियम। हाँ हाँ, बोलो बोलो जल्दी जल्दी। magnesium, aluminium, zinc, ferrous, iron. हाँ जी, कोड नहीं याद होया? कोड नहीं याद होया? कैटरीन। Ma'am, वो तो हाँ चलो lead, चलो। हाँ hydrogen, copper. हाँ हम सोना चांदी अन्य में नीचे से भी आते हाँ, हैं। नीचे से सबसे नीचे क्या है? सबसे नीचे क्या बोला? पोटेशियम, सोडियम, कैल्शियम, मैग्नीशियम, एल्यूमिनियम, हाँ। जिंक और Fe, यही जे ਚੱਜ ਨਾ ਪੜਿਆ ਹੋਵੇ ਨਾ ਤੇ ਇਦਾਂ ਅੜੋ ਨਾ ਤੁਸੀਂ वैसे। बड़ी कॉपर, बड़ी गल है। आर्गन, ते गोल्ड। अच्छा, नीचे से क्या बोला सबसे पहले? हम सोना चांदी। सोना 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 है ना। सोना पाई रखो 10 साल, कदी ਜਾਂਦਾ ਖਰਾਬ ਹੁੰਦਾ। ਤੁਹਾਡੀਆਂ ਮੰਮੀਆਂ ਨੇ ਪਾਇਆ ਹੋਇਆ, ਉਹ ਕਹਿੰਦੇ ਮੇਰੀ ਸ਼ਾਦੀ ਦਾ ਹੈ, ਮੇਰੇ ਇਹਦਾ ਹੈ, ਖਰਾਬ ਹੁੰਦਾ ਕਦੀ ਨਹੀਂ ਹੁੰਦਾ। No, ਕਿਉਂ? ma'am. ਬਿਕੋਜ਼ ਉਹ ਬੇਟਾ ਆਪਣੀ ਨੇਟਿਵ ਸਟੇਟ ਦੇ ਵਿੱਚ ਨੇਚਰ 'ਚ ਮਿਲਦਾ ਹੈ। ਉਹਨੂੰ ਸਾਫ਼ ਕਰਨ ਲਈ ਜ਼ਿਆਦਾ ਰਿਐਕਸ਼ਨ ਸਾਨੂੰ ਨਹੀਂ ਕਰਨੀ ਪੈਂਦੀ, ਜ਼ਿਆਦਾ ਪ੍ਰੋਸੀਜਰ ਨਹੀਂ ਕਰਦੀ। ਨੇਟਿਵ ਸਟੇਟ ਕੀ ਹੁੰਦਾ? ਮੈਂ ਕਹਿੰਦੀ ਤੁਸੀਂ ਨੇਟਿਵ, ਤੁਸੀਂ ਕਹਿੰਦੇ ਵੀ ਆਰ ਨੇਟਿਵ ਆਫ ਪੰਜਾਬ, ਅਸੀਂ ਪੰਜਾਬ ਦੇ ਰਹਿਣ ਵਾਲੇ ਹਾਂ, ਹਨਾ। ਨੇਟਿਵ ਆ ਅਸੀਂ ਉਸ ਸਟੇਟ ਦੇ, ਅਸੀਂ ਉਸ ਸਟੇਟ ਨੂੰ ਨੇਚਰ 'ਚ ਐਜ਼ ਸੱਚ ਹੀ ਅਸੀਂ ਐਗਜ਼ਿਸਟ ਕੀਤੇ ਕਿ ਅਸੀਂ ਪੰਜਾਬ 'ਚ ਬੌਰਨ ਹੋਏ ਆ ਜਾਂ ਕਿਤੇ। ਉਹ ਕੋਈ ਕਹਿੰਦਾ ਕਿ ਆਈ ਐਮ ਨੇਟਿਵ ਆਫ ਦਿਸ ਕੇਰਲਾ, ਆਈ ਐਮ ਨੇਟਿਵ ਆਫ ਦੇਹਰਾਦੂਨ, ਆਈ ਐਮ ਦਿਸ, ਹਨਾ। ਇਹਦਾ ਮਤਲਬ ਜਿਹੜੀ ਚੀਜ਼ ਸਾਨੂੰ ਸਟੇਟ ਨੇਚਰ 'ਚ ਐਜ਼ ਸੱਚ ਹੀ ਸਟੇਟ 'ਚ ਮਿਲੇ ਤਾਂ ਉਹਨੂੰ ਆਪਾਂ ਕਹਿੰਦੇ ਨੇਟਿਵ ਸਟੇਟ 'ਚ ਸਾਨੂੰ ਮਿਲ ਗਈ। ਔਰ ਆਵਰ ਆਂਸਰ ਇਜ਼ AU, दैट इज गोल्ड, ठीक है। गोल्ड, Yes, ma'am. ठीक है, दैट इज गोल्ड। चलो जी ਅੱਗੇ ਨੈਕਸਟ ਕੁਐਸਚਨ ਇਜ਼, ਹੁਣ ਧਿਆਨ ਨਾਲ ਦੇਖਿਓ, ਕੁਐਸਚਨ ਬਦਲਿਆ ਹੋਇਆ ਹੈ, ਕੁਐਸਚਨ ਨੂੰ ਪੜੋ। The most abundant metal in the earth crust, iron, aluminium, calcium, sodium। abundant ਦਾ ਮਤਲਬ ਕੀ ਹੁੰਦਾ? abundant ਦਾ ਮਤਲਬ ਕੀ ਹੁੰਦਾ? ਨੇਟਿਵ ਦਾ ਤਾਂ ਮੈਂ ਤੁਹਾਨੂੰ ਦੱਸਤਾ ਨਾ। abundant ਦਾ ਕੀ ਮਤਲਬ ਹੁੰਦਾ?
मैम लार्ज क्वांटिटीज ਵਿੱਚ ਅਵੇਲੇਬਲ ਹੋਵੇ ਲਾਰਜ ਕਹਿ ਸਕਦੇ ਹੋ, ਬਿਲਕੁਲ ਠੀਕ। ਅਬੰਡੈਂਟ ਮੈਟਲ ਹੁੰਦਾ ਮੋਸਟਲੀ ਮਿਲਣ ਵਾਲਾ। ਹਾਂਜੀ, ਕੀ ਆਨਸਰ? आयरन। नो, नॉट एट ऑल। छेती छेती बोलो, अगे आप खत्म करनी पीपीटी, कल भी रहेगी साडी। Yes, aluminium is the right answer. Most abundant metal in the earth crust is aluminium. ठीक है, आ ਲੈਕਚਰ ਨਾ ਸਾਰੇ ਸੇਵ ਕਰਕੇ ਰੱਖਿਓ। ਕੱਲ ਨੂੰ ਜੇ ਬਾਈ ਚਾਂਸ ਤੁਸੀਂ ਮੈਰਿਟੋਰੀਅਸ ਦੀ ਕੋਚਿੰਗ ਚ ਜਾਣਾ ਤੇ ਇਹੀ ਕੁਐਸਚਨ ਆਣੇ ਆ ਉਹਦੇ ਚ, ਔਰ ਉਹਦੇ ਚ ਆਂਦੀ ਵੀ ਸਿਰਫ ਸਾਇੰਸ ਤੇ ਮੈਥ ਹੈ। ਠੀਕ ਹੈ, ਚਲੋ ਅੱਗੇ ਆ ਜਾਓ। ਸਾਇੰਸ ਮੈਥ ਤੇ ਇੰਗਲਿਸ਼ ਆਂਦਾ ਹੈ, ਵੈਰੀ ਇੰਪੋਰਟੈਂਟ। ਦ ਐਟੋਮਿਕ ਨੰਬਰ ਆਫ ਐਲੀਮੈਂਟ X is 12. Which inert gas is nearest to X? ਰੰਜਨਾ ਤੁਹਾਡੇ ਵੱਲੋਂ ਬਹੁਤ ਡਿਸਟਰਬੈਂਸ ਆ ਰਹੀ ਹੈ, ਮਿਊਟ ਕਰ ਲਓ ਆਪਣੇ ਆਪ ਨੂੰ। The atomic number of element X is 12. Which inert gas is nearest to X? नियॉन। हाँ, नियोन। पहले तो मैनू दसो एक जाना, इनर्ट गैस की हुंदी है? मैम जो किसी के साथ रिएक्ट नहीं करते। हाँ, और मैनू इनर्ट गैस दी केड़ी-केड़ी एग्जांपल्स है सारियां दस दो। हीलियम, नियॉन, आर्गन, रेडॉक्स, नेनॉन। अच्छा, X की है 12 ना, X है 12, इहदी इलेक्ट्रॉनिक कॉन्फ़िगरेशन कितनी होएगी? 282। हाँ, ते 2 इलेक्ट्रॉन ਆਪਾਂ ਕੱਢ ਦਾਂਗੇ ਤਾਂ that is 28 ਹਨਾ। 10 ਤੇ 10 ਕਿਹਦਾ ਹੁੰਦਾ ਹੈ? ਹੀਲੀਅਮ ਦਾ ਹੁੰਦਾ ਹੈ 2। ਆਰਗਨ ਦਾ ਕਿੰਨਾ ਹੁੰਦਾ ਹੈ? 18। ਆਰਗਨ ਦਾ ਕਿੰਨਾ ਹੁੰਦਾ ਹੈ? 18। ਨਿਊਨ ਦਾ ਕਿੰਨਾ ਹੁੰਦਾ ਹੈ? 10। ਠੀਕ ਹੈ, ਕ੍ਰਿਪਟਨ ਦਾ ਕਿੰਨਾ ਹੁੰਦਾ ਹੈ? 36 ਹੁੰਦਾ ਹੈ। हाँ, चलो, तो ਇਹਦਾ मतलब सब तो लागे की हो गया? नियोन गैस। ठीक है, चलो नेक्स्ट इज the process in which carbonate ore is heated strongly in the absence of air to convert it into metal oxide. ये क्वेश्चन नोट कर लो बेटा। The process in which carbonate ore, ਉਹ process ਜਿਹਦੇ ਵਿੱਚ carbonate ore ਨੂੰ ਆਪਾਂ strongly heat ਕਰਦੇ ਆ in the absence of air to convert it into metal oxide is called roasting, reduction, calcination के smelting? कैल्सिनेशन कैल्सिनेशन। बाकी की कहते हैं? कैल्सिनेशन ही होएगी। कैल्सिनेशन। अच्छा, कैल्सिनेशन ही आंदा। बाकी की कहते हैं? मैं क्या दो जाने कह रहे ना कैल्सिनेशन नहीं होएगी। हाँ जी, ते फिर कैल्सिनेशन होएगी ते फिर रोस्टिंग की हुंदी है? सल्फाइड और ਵਿੱਚੋਂ ਨੂੰ ਕਰਦੇ हैं ना। है आ जिंक कार्बोनेट है। ठीक है, जिंक कार्बोनेट है। ठीक है, इनू मैं गर्म करना। ठीक है, हीट करना इन द एब्सेंस ऑफ एयर लिखा ना, एब्सेंस मतलब एयर उत्थे नहीं हैगी। ठीक है, इनू जदों मैं हीट किया तो देयर इज अ कन्वर्जन ऑफ इनटू मेटल ऑक्साइड। आ जी मेटल ऑक्साइड हो गया। ठीक है, प्लस कार्बन डाइऑक्साइड गैस। छेती बोलो हुन की है? रोस्टिंग। कैल्सिनेशन ही है। कैल्सिनेशन ही है। तो रोस्टिंग क्या होती है? मैम कैल्सिनेशन ही है। नहीं, आ मैं रिएक्शन किदी लिखी है? रोस्टिंग दी के कैल्सिनेशन दी? ये कैल्सिनेशन दी। हाँ, क्यों लिखी बेटा? क्योंकि मैं ऑक्सीनेशन नहीं, इथे मैं ऑक्सीजन नहीं पाई। ऑक्सीजन पाई मैं नहीं पाई, तो इट इज अ रिएक्शन ऑफ कैल्सिनेशन। जे मैं ਇਹਦੀ ਇਦਾਂ ਕਰਦੀ। ਔਰ ਇੱਕ ਗੱਲ ਸੁਣੋ, ਜਿਹੜੀ ਰੋਸਟਿੰਗ ਹੁੰਦੀ ਹੈ ਨਾ, ਜਿਹਨੂੰ ਆਪਾਂ ਕਹਿੰਦੇ ਭੁੰਨਣਾ, that is of sulfide। ਉਹਨੂੰ ਕੀ ਕਰਦੇ ਆ ਆਪਾਂ? ਆਕਸੀਜਨ ਚ ਪ੍ਰੈਜ਼ੈਂਟ ਕਰਦੇ ਆ, ਗਰਮ ਕਰਦੇ ਆ, ਤੇ there is a formation of zinc oxide plus sulfur dioxide gas। ਠੀਕ ਹੈ, ਸਮਝ ਲੱਗੀ? ਦੋ ਗੱਲਾਂ ਤੁਸੀਂ ਇੱਥੇ ਕਰਨੀਆਂ, that is
ਕਿ ਮਤਲਬ ਇੱਕ ਤਾਂ ਤੁਸੀਂ ਕਰਨਾ ਜ਼ਿੰਕ ਕਾਰਬੋਨੇਟ ਹੀਟ ਕੀਤਾ ਪਰ ਆਕਸੀਜਨ ਦੀ ਐਬਸੈਂਸ। ਅੱਛਾ ਮੈਂ ਤੁਹਾਨੂੰ ਨਾ ਇਹਦਾ ਇੱਕ ਸੌਖਾ ਤਰੀਕਾ ਦੱਸਦੀ ਯਾਦ ਕਰਨ ਦਾ, ਠੀਕ ਹੈ ਨਾ। ਆਪਾਂ ਜਿੱਦਾਂ AO ਯਾਦ ਕੀਤਾ, ਜਿੱਦਾਂ ਆਪਾਂ ਜੀ ਉਹ ਯਾਦ ਕੀਤੀ ਰਿਐਕਟੀਵਿਟੀ, ਸੌਖਾ ਤਰੀਕਾ ਸਿੱਖੋ। ਭੁੰਨਣ ਦਾ ਕੀ ਮਤਲਬ ਹੁੰਦਾ? ਜਦੋਂ ਆਪਾਂ ਗੈਸ ਤੇ ਕੋਈ ਚੀਜ਼ ਰੱਖਦੇ ਆ, ਭੁੰਨਦੇ ਆ ਨਾ, ਤੁਸੀਂ ਇੰਨੀ ਗੱਲ ਯਾਦ ਰੱਖੋ ਕਿ ਭੁੰਨਣ ਦਾ ਮਤਲਬ ਇਹ ਹੈ ਕਿ ਉੱਥੇ ਹਵਾ ਹੋਣੀ ਹੈ। ਜਦੋਂ ਅਸੀਂ ਕਿਸੇ ਚੀਜ਼ ਨੂੰ ਚੰਗਾ ਭੁੰਨਦੇ ਆ, ਆਪਾਂ ਉਹਨੂੰ ਆਕਸੀਜਨ ਦੀ ਪ੍ਰੈਜ਼ੈਂਸ 'ਚ ਹੀ ਭੁੰਨਾਂਗੇ ਨਾ। ਤੇ ਕੈਲਸੀਨੇਸ਼ਨ, ਹਾਂ ਦੈਟ ਇਜ਼ ਰੋਸਟਿੰਗ, ਠੀਕ ਹੈ। ਤੇ ਕੈਲਸੀਨੇਸ਼ਨ ਆਪਾਂ ਐਬਸੈਂਸ 'ਚ ਕਰਦੇ ਆ। ਜੇ ਤੁਹਾਨੂੰ ਰੋਸਟਿੰਗ ਯਾਦ ਰਹਿ ਗਿਆ ਕਿ ਰੋਸਟਿੰਗ ਪ੍ਰੈਜ਼ੈਂਸ 'ਚ ਹੁੰਦੀ ਹੈ, ਤਾਂ ਫਿਰ ਤੁਹਾਨੂੰ ਕੈਲਸੀਨੇਸ਼ਨ ਤਾਂ ਯਾਦ ਰਹੇਗਾ ਹੀ ਕਿ ਉਹ ਐਬਸੈਂਸ 'ਚ ਹੁੰਦੀ ਹੈ। ਸਮਝ ਲੱਗੀ? ਜਿੱਦਾਂ ਆਪਾਂ AO ਯਾਦ ਕਰ ਲਿਆ ਨਾ, ਆਪਾਂ AO ਯਾਦ ਕਰ ਲਿਆ ਤਾਂ CH ਤਾਂ ਸਾਨੂੰ ਯਾਦ ਹੋ ਹੀ ਗਿਆ। ਏਦਾਂ ਹੀ ਆਪਾਂ ਭੁੰਨਣਾ ਯਾਦ ਕਰ ਲੈਣਾ ਕਿ ਭੁੰਨਣਾ ਮਤਲਬ ਰੋਸਟਿੰਗ ਮਤਲਬ ਪ੍ਰੈਜ਼ੈਂਸ ਆਫ ਆਕਸੀਜਨ। ਕਿ ਭੁੰਨਣਾ ਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਭੁੰਨਣਾ ਹੈ, ਪ੍ਰੈਜ਼ੈਂਸ 'ਚ ਭੁੰਨਣਾ, ਤੇ ਉੱਥੇ ਆਕਸੀਜਨ ਤੇ ਹੋਣੀ ਹੀ ਹੈ। ਹਾਂਜੀ ਠੀਕ ਹੈ। ਤੇ ਜਦੋਂ ਆਪਾਂ ਕੈਲਸੀਨੇਸ਼ਨ ਦੀ ਗੱਲ ਕਰਦੇ ਹਾਂ, ਉੱਥੇ ਆਪਾਂ ਭੁੰਨਣਾ ਨਹੀਂ ਹੈ, ਉੱਥੇ ਐਬਸੈਂਸ ਦੀ ਗੱਲ ਹੋ ਰਹੀ ਹੈ। ਇਹਦਾ ਮਤਲਬ ਇਸ ਕੁਐਸਚਨ ਦਾ ਆਨਸਰ ਕੀ ਹੈ? ਇਸ ਕੁਐਸਚਨ ਦਾ ਆਨਸਰ ਕੀ ਹੈ? ਜਲਦੀ ਬੋਲੋ। ਕੈਲਸੀਨੇਸ਼ਨ, ਠੀਕ ਹੈ, ਕੈਲਸੀਨੇਸ਼ਨ। ਚਲੋ ਅੱਗੇ। Copper object lost their shine and form green coating of, ਜਲਦੀ। ਕਾਪਰ ਆਕਸਾਈਡ, ਕਾਪਰ ਹਾਈਡਰੋਕਸਾਈਡ, ਬੜੇ ਵਧੀਆ ਸਵਾਲ ਆ ਰਹੇ ਹੈ। ਕਾਪਰ ਹਾਈਡਰੋਕਸਾਈਡ ਐਂਡ ਕਾਪਰ ਆਕਸਾਈਡ, ਬੇਸਿਕ ਕਾਪਰ ਕਾਰਬੋਨੇਟ, ਕਾਪਰ ਕਾਰਬੋਨੇਟ, ਜਿਨ੍ਹਾਂ ਦਾ ਇੱਕ ਦਾ ਵੀ ਨਹੀਂ ਆਨਸਰ ਆਉਂਦਾ ਤੁਹਾਨੂੰ ਅੱਜ। ਏਦਾਂ ਦੇ ਹੀ ਸਵਾਲ ਹੋਣੇ NTSC 'ਚ ਵੀ। ਕਾਪਰ ਕਾਰਬੋਨੇਟ, ਹਾਂਜੀ ਹੋਰ ਵੀ ਲਾ ਲਓ ਕੋਈ ਤੁੱਕਾ ਕਿਸੇ ਨੇ ਲਾਣਾ ਤੇ। ऑप्शन बी हो गई शायद। ਹਾਂ ਆਪਸ਼ਨ B ਵੀ ਹੋਗੀ, A ਵੀ ਹੋਗੀ, C ਵੀ ਕਹਿ ਦੋ, ਕੋਈ D ਵੀ ਕਹਿ ਦੋ, ਇੱਕ ਤੇ ਹੋਣੀ ਹੈ। A। ਅੱਛਾ ਕਿਹੜੀ ਰਹਿ ਗਈ ਹੁਣ? ऑप्शन सी ਰਹਿ ਗਈ। ਉਹ ਵੀ ਕਹਿ ਦੋ ਇੱਕ ਜਾਣਾ। ਪਤਾ ਕੀ ਫਿਰ ਵਧੀਆ ਲੱਗੇਗਾ ਆਨਸਰ ਦੇਣਾ ਕਿ ਤੁਹਾਡੇ ਅਕੋਰਡਿੰਗ ਸਾਰੀਆਂ ਹੀ ਆ। ਬੇਟਾ ਮੇਰੀ ਗੱਲ ਸੁਣੋ। whenever there is a copper object ਨਾ, ਇਹ ਧਿਆਨ ਨਾਲ ਸੁਣਿਓ। ਆਨਸਰ ਇਜ਼ C, ਬੇਸਿਕ ਕਾਪਰ ਕਾਰਬੋਨੇਟ। ਦੇਖੋ ਹੁਣ ਤੁਹਾਨੂੰ ਕਨਫਿਊਜ਼ ਕਿੱਥੇ ਕੀਤਾ ਉਹਨੇ। ਜਦੋਂ ਆਪਾਂ ਕਾਪਰ ਕਾਰਬੋਨੇਟ ਲਿਖਣਾ ਨਾ, ਦੈਟ ਇਜ਼ CuCO3, ਪਰ ਜਿਹੜਾ ਬੇਸਿਕ ਵਰਡ ਲਿਖਤਾ ਨਾ, ਇਹਦਾ ਪਤਾ ਕੀ ਮਤਲਬ ਹੈ? ਇਹਦਾ ਆ ਮਤਲਬ ਹੈ, ਆ ਚੀਜ਼, ਆ ਫਾਰਮੂਲਾ ਹੁੰਦਾ ਹੈ। ਇੱਥੇ ਤਾਂ ਮੈਂ ਨਾਂ ਲਿਖਿਆ ਨਾ ਬੇਸਿਕ ਕਾਰਬੋਨੇਟ, ਪੇਪਰ 'ਚ ਇਹ ਵੀ ਹੋ ਸਕਦਾ ਹੈ ਏਦਾਂ ਫਾਰਮੂਲਾ ਆ ਜਾਏ, ਕਾਪਰ ਕਾਰਬੋਨੇਟ ਡॉट that is your CuOH3, OH twice। तो आंसर इज ਜਦੋਂ ग्रीन कलर ਦੀਆਂ ਆਬਜੈਕਟਸ ਉਹਦੀਆਂ ਸ਼ਾਈਨ ਆਪਣੀਆਂ ਲੂਜ਼ ਕਰਦੀਆਂ ਟੂ ਫਾਰਮ ਅ ग्रीन कलर ਕੋਟਿੰਗ, देयर इज अ ਫਾਰਮੇਸ਼ਨ ਆਫ ਬੇਸਿਕ ਕਾਪਰ ਕਾਰਬੋਨੇਟ। ਕਿਹਦੀ ਫਾਰਮੇਸ਼ਨ ਹੁੰਦੀ ਹੈ? ਕਿਹਦੀ ਫਾਰਮੇਸ਼ਨ ਹੁੰਦੀ ਹੈ? ਕਾਪਰ ਕਾਰਬੋਨੇਟ, ਬੇਸਿਕ ਕਾਪਰ ਕਾਰਬੋਨੇਟ। ਔਰ ਸਭ ਤੋਂ ਵੱਡੀ ਗੱਲ ਕਿ ਬੇਸਿਕ ਦਾ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ। ਵਟ ਯੂ, ਮੈਂ ਦੇਖੋ ਇਹਦੇ ਅੱਗੇ ਕਿਉਂ ਨਹੀਂ ਲਾਤਾ ਬੇਸਿਕ, ਮੈਂ ਇਹਦੇ ਅੱਗੇ ਕਿਉਂ ਨਹੀਂ ਲਾਤਾ ਬੇਸਿਕ, ਇਹਦੇ ਅੱਗੇ ਕਿਉਂ ਨਹੀਂ ਲਾਤਾ ਬੇਸਿਕ? ਵਟ ਯੂ ਮੀਨ ਬਾय ਬੇਸਿਕ? ਬੇਸਿਕ ਮੀਨ CuOH ਟਵਾਈਸ, ਕਿ ਬੇਸ ਕਾਪਰ ਦੀ ਬੇਸ ਫਾਰਮ ਪਲੱਸ ਕਾਪਰ ਦੀ ਕਾਰਬੋਨੇਟ ਫਾਰਮ ਦੋਨੋਂ ਅਟੈਚ ਹੁੰਦੀਆਂ, ਜਿਹਦੇ ਕਰਕੇ ਉਹ ਗ੍ਰੀਨ ਕਲਰ ਦੀ ਕੋਟਿੰਗ ਵੀ ਬਣਾ ਜਾਂਦਾ ਤੇ ਆਪਣੀ ਸ਼ਾਈਨ ਵੀ ਲੂਜ਼ ਕਰ ਦਿੰਦਾ ਹੈ। ਚਲੋ ਜੀ ਨੈਕਸਟ ਕੁਐਸਚਨ। ਵਿਚ ਆਫ ਦ ਫॉलोइंग ਨॉन ਮੈਟਲ इज लस्ट्रस? आयोडीन, सल्फर, आयोडीन, आयोडीन, आयोडीन। मैम आयोडीन पिछले क्वेश्चन में भी आया था। हाँ जी एक आयोडीन, एक मिनट एक मिनट एक मिनट। हाँ जी चलो बोलो अब क्या है? आयोडीन क्या है? आयोडीन इज द राइट आंसर बेटा, आयोडीन इज द राइट आंसर। ठीक है, आयोडीन है जो लस्ट्रस है। ठीक है, चलो नेक्स्ट इज 13 क्वेश्चन। चलो जी आ कंप्लीट करो रिएक्शन। जल्दी करो, इच की है? सोडियम एलिमिनेट। हाँ सोडियम एलिमिनेट, फॉर्मूला क्या होगा सोडियम एलिमिनेट का? मैम NaAlO। क्या?
Na, हाँ सी बेटा जी, इसको हम कहते हैं ऑप्शन सी मैम, हाँ ऑप्शन सी। सोडियम एलिमिनेट, इसको हम क्या कहते हैं, सोडियम एलिमिनेट, एलिमिनेट। ठीक है, सोडियम एलिमिनेट। ते नेक्स्ट क्वेश्चन देखो भी, which of the following pairs of reactants will go undergo a displacement reaction? जल्दी बोलो भी, ਕਿਹੜੇ ਪੇਅਰ ਚ ਇਹ ਇੱਥੇ ਕੁਐਸਚਨ ਤੇ ਹੁਣ ਜਿੰਨੂੰ ਰਿਐਕਟੀਵਿਟੀ ਸੀਰੀਜ਼ ਆਂਦੀ ਉਹਨੇ 1 ਮਿੰਟ ਚ ਆਨਸਰ ਦੇ ਦੇਣਾ। मैम ए ऑप्शन बी। ਫੇਰ ਲਿਖਾਂ ਮੈਂ फर्स्ट ऑप्शन। हाँ दैट इज, ਹੁਣ ਦੇਖੋ ਜਿਹੜੇ ਬੱਚੇ ਨਹੀਂ ਬੋਲੇ ਨਾ, ਜਿਹੜੇ ਬੱਚੇ ਨਹੀਂ ਬੋਲੇ ਉਹ ਦੇਖੋ ਜਰਾ, ਉਹ ਕਿਉਂ ਨਹੀਂ ਬੋਲੇ, ਉਹਨਾਂ ਨੂੰ ਰਿਐਕਟੀਵਿਟੀ ਸੀਰੀਜ਼ ਨਹੀਂ ਆਂਦੀ। ਜਦੋਂ ਆਪਾਂ ਰਿਐਕਟੀਵਿਟੀ ਸੀਰੀਜ਼ ਦੇਖਾਂਗੇ ਆਪਾਂ ਦੇਖਾਂਗੇ ਜੀ ਕਾਪਰ ਥੱਲੇ ਹੈ, ਆਇਰਨ ਉੱਪਰ ਹੈ, ਤੇ ਇਹਦਾ ਮਤਲਬ ਆਇਰਨ ਨੇ ਕਾਪਰ ਨੂੰ ਡਿਸਪਲੇਸ ਕਰ ਦੇਣਾ। ਪਰ ਜ਼ਿੰਕ ਉੱਪਰ ਹੈ, ਆਇਰਨ ਥੱਲੇ ਹੈ, ਇਹ ਰਿਐਕਸ਼ਨ ਨਹੀਂ ਹੋਣੀ। ਮੈਗਨੀਸ਼ੀਅਮ ਆਇਰਨ 'ਚ ਰਿਐਕਸ਼ਨ ਨਹੀਂ ਹੋਣੀ, ਕੈਲਸ਼ੀਅਮ ਸਲਫੇਟ ਆਇਰਨ 'ਚ ਰਿਐਕਸ਼ਨ ਨਹੀਂ ਹੋਣੀ। ਤੇ ਇਹਦਾ ਮਤਲਬ ਸਾਡਾ ਕਿਹੜਾ ਆਨਸਰ ਸਹੀ ਹੈ? फर्स्ट ऑप्शन, ठीक है। हाँ जी, अच्छा ये क्वेश्चन तो हो गया था, नॉन मेटल विच इज लिक्विड एट रूम टेम्परेचर हो गया ना? हाँ ब्रोमीन, ठीक है, ਇਹ ਵੀ ਹੋ ਗਿਆ ਸਾਡਾ। ਇਹ ਕੁਐਸਚਨਸ ਆਪਾਂ ਕਰ ਚੁੱਕੇ ਆ, ਹਨਾ। ਹੁਣ ਜੇ ਤੁਹਾਨੂੰ ਕੋਈ ਡਾਊਟ ਹੈ ਤਾਂ ਤੁਸੀਂ ਮੈਨੂੰ ਪੁੱਛ ਲਓ ਕਿ ਮੈਮ ਆਪਾਂ ਇਹ ਕੁਐਸਚਨਸ ਦੀ ਜਿਹੜੀ ਕਰਨਾ ਚਾਹੁੰਦੇ ਆ, ਜਾਂ ਮਤਲਬ ਇਹ ਡਿਸਕਸ਼ਨਸ ਸਾਡੀਆਂ ਪੈਂਡਿੰਗ ਹੈ, ਐਨੀਥਿੰਗ ਠੀਕ ਹੈ। ਮਤਲਬ ਹੋਰ ਕੁਝ ਵੀ ਲੈ ਕੇ, ਇਵਨ ਜਦੋਂ ਤੁਹਾਡਾ ਜਿਹੜਾ ਪੇਪਰ ਆਣਾ, ਹੁਣ ਜਿਹੜਾ ਪੇਪਰ ਆਣਾ ਤੁਹਾਡਾ, ਉਹਦੇ ਵਿੱਚ ਵੀ ਮਲਟੀਪਲ ਚੁਆਇਸ ਕੁਐਸਚਨਸ ਆਣੇ ਆ, ਬਹੁਤ ਕੁਝ ਆਣਾ ਹੈ, ਹਨਾ। ਤੇ ਤੁਸੀਂ ਬਹੁਤ ਮਤਲਬ ਕੁਝ ਵੀ ਕਰ ਸਕਦੇ ਹੋ। ਅੱਛਾ ਇੱਕ ਮੈਂ ਤੁਹਾਡੇ ਨਾਲ ਡਿਸਕਸ਼ਨ ਕਰਨੀ ਸੀ, ਜਿਹੜਾ 5th ਚੈਪਟਰ ਹੈ ਨਾ, ਪੀਰੀਓਡਿਕ ਪ੍ਰੋਪਰਟੀਜ਼ ਵਾਲਾ ਜਿਹੜਾ ਚੈਪਟਰ ਹੈ ਤੁਹਾਡਾ, ਉਹ ਬਹੁਤ ਇੰਪੋਰਟੈਂਟ ਹੈ ਐਨਟੀਐਸਸੀ ਪੁਆਇੰਟ ਆਫ ਵਿਊ ਦੇ ਨਾਲ। ਜੇ ਆਪ ਮੈਂ ਗੱਲ ਕਰਾਂ ਨਾ ਪੀਰੀਓਡਿਕ ਕਲਾਸੀਫਿਕੇਸ਼ਨ ਆਫ ਐਲੀਮੈਂਟ, ਉਹ ਚੈਪਟਰ ਤੁਹਾਡਾ ਬਹੁਤ ਇੰਪੋਰਟੈਂਟ ਹੈ ਐਨਟੀਐਸਸੀ ਪੁਆਇੰਟ ਆਫ ਵਿਊ ਦੇ ਨਾਲ। ਤੇ ਉਹ ਨਾ ਜ਼ਿਆਦਾ ਤਾਂ ਨਹੀਂ, ਪਰ ਮੈਂ ਥੋੜਾ ਜਿਹਾ, ਜਿੰਨਾ ਸਾਡੇ ਕੋਲ 2-3 ਮਿੰਟ ਹੈ ਨਾ, ਮੈਂ ਜਸਟ ਇੱਕ ਓਵਰਵਿਊ ਤੁਹਾਨੂੰ ਥੋੜਾ ਜਿਹਾ ਬਿਲਕੁਲ ਉਸ ਚੈਪਟਰ ਦਾ ਦੇਣਾ ਚਾਹਾਂਗੀ। ਤੇ ਤੁਸੀਂ ਦੇਖੋ, ਮੇਰੀ ਸਕਰੀਨ ਨਜ਼ਰ ਆ ਰਹੀ ਹੈ ਤੁਹਾਨੂੰ? यस मैम। हाँ देखो, थोड़ा जिहा मैं तुहानू ओहदा ओवरव्यू देनी आ, जेहड़ा 5 मिनट साडे को हैगे। इह च ना 2 क्वेश्चन बड़े इंपॉर्टेंट पूछे जाते हैं। पहले तो तुहानू पता है कि क्लासीफिकेशन ऑफ एलीमेंट्स किद्दां होई। क्लासीफिकेशन ऑफ एलीमेंट्स इदां होई कि आपां एलीमेंट्स नू अरेंज कर दिता डिफरेंट ग्रुप्स च, उन्हां दीयां प्रॉपर्टीज सिमिलर लैके उन्हां दी क्लासीफिकेशन ऑफ एलीमेंट्स कर दित्ती। साडे को 114 एलीमेंट्स उदों नोन सी जदों आपां क्लासीफिकेशन जिद्दां मतलब सो फार हजे तक आपां ਕੀਤੀ ਹੈ। ਹੁਣ ਆਪਾਂ ਗੱਲ ਕਰਨਾ ਚਾਹਾਂਗੇ अर्ਲੀ ਅਟੈਂਪਟਸ ਆਪਾਂ ਕਿਹੜੀਆਂ ਕੀਤੀਆਂ। अर्ਲੀ ਅਟੈਂਪਟਸ ਬੇਟਾ, अर्ਲੀ ਅਟੈਂਪਟਸ ਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਸਭ ਤੋਂ ਪਹਿਲੇ ਮੈਂ ਗੱਲ ਕਰਦੀ ਹਾਂ ਡੋਬਿਨਰ ਟ੍ਰੇਡਸ ਦੀ। ਪਤਾ ਨਾ ਡੋਬਿਨਰ ਟ੍ਰੇਡਸ ਦੀ? यस मैम। हाँ, डॉबिनर ट्रेड ने की कीता सी? डॉबिनर ने की कीता सी बेटा जी? डॉबिनर ने एलिमेंट्स नू क्लासीफाई कर दिता सी इंक्रीजिंग एटॉमिक मासेस दे हिसाब नाल। उन्हें ग्रुप्स च उन्हें क्लासीफाई कर दिता सी, 3 दे उन्हें ग्रुप्स बनाए सी। पेपर च हुण तुसीं किद्दां पढ़ना कि उन्हां ग्रुप्स नू की कहंदे हन, इस पॉइंट ऑफ व्यू दे नाल पेपर आ सकता है कि वट वी कॉल दैट ग्रुप्स। वो 3 दे ਜਿਹੜੇ ਉਹਨੇ ਐਲੀਮੈਂਟਸ ਦੇ ਗਰੁੱਪ ਬਣਾਏ ਸੀ, ਉਹਨੂੰ ਆਪਾਂ ਕਹਿੰਦੇ ਸੀ ਟ੍ਰੇਡਸ, ਜਾਂ ਪੰਜਾਬੀ ਚ ਉਹਨੂੰ ਆਪਾਂ ਕਹਿੰਦੇ ਤਿਕੜੀ। ਕੀ ਕਹਿੰਦੇ ਆ? ਤਿਕੜੀ, ਠੀਕ ਹੈ ਨਾ। ਇਨ ਈਚ ਟ੍ਰੇਡ ਉਹਨੇ ਕਿੱਦਾਂ ਐਲੀਮੈਂਟ ਐਗਜ਼ਿਸਟ ਕਰਵਾਏ ਸੀ? ਜਿੱਦਾਂ ਹੁਣ ਆ ਦੇਖੋ, ਪਹਿਲੀ ਟ੍ਰੇਡ ਹੈ ਲੀਥੀਅਮ, ਸੋਡੀਅਮ, ਪੋਟਾਸ਼ੀਅਮ। ਉਹਨੇ ਕਿੱਦਾਂ ਇਹ ਐਗਜ਼ਿਸਟ ਕਰਾਏ ਸੀ? ਜਿੱਦਾਂ 6 + 39 ਹੈ ਹਨਾ, डिवाइडेड बाय 2, तो इट इज नियरली इक्वल टू 22.95। मतलब कि उन्हें पहले दा एटॉमिक मास ते दूजे दा एटॉमिक मास इदा एवरेज कट के जिहड़ा सेंटर वाला एलीमेंट रखिया सी ओदा ओदे बराबर आंदा सी। जिद्दां कि सोडियम दा 23 है ते ओदा आया 22.95, ठीक है। मतलब उन्हें कितना ट्रेड्स कीतियां। द एटॉमिक मास ऑफ मिडल एलिमेंट वाज अप्रोक्सीमेटली इक्वल टू एवरेज एटॉमिक मास ऑफ अदर 2 एलिमेंट्स, ठीक है।
ਉਸ ਤੋਂ ਬਾਅਦ ਜਿਹੜਾ ਅਗਲਾ ਸਾਇੰਟਿਸਟ ਆਇਆ ਉਹ ਕੈਮਿਸਟ ਆਇਆ, ਉਹ ਸੀ ਨਿਊਲੈਂਡ ਆਕਟੇਵਸ ਲਾਅ ਦਿੱਤੇ। ਉਹਨੇ ਕੀ ਕੀਤਾ, ਉਹਨੇ ਆਕਟੇਵਸ ਦੇ ਹਿਸਾਬ ਨਾਲ ਉਹਨੂੰ ਅਰੇਂਜ ਕਰ ਦਿੱਤਾ, 8-8 ਦੇ ਹਿਸਾਬ ਨਾਲ। ਦੇਖੋ ਹੁਣ ਤੁਸੀਂ ਕਿੱਦਾਂ ਪੜ੍ਹਨਾ ਇਹਨੂੰ, ਹਿਸਟਰੀ ਪੜ੍ਹਾਉਣਾ ਇਜ਼ ਨਾਟ ਮਾਈ ਪਰਪਸ। ਹੁਣ ਜੇ ਤੁਹਾਨੂੰ ਕੁਐਸਚਨ ਆ ਸਕਦਾ ਕਿ ਹਾਊ ਨਿਊਲੈਂਡ, ਮਤਲਬ ਨਿਊਲੈਂਡ ਨੇ ਕਿੰਨੇ ਕਿੰਨੇ ਦੇ ਐਲੀਮੈਂਟਸ ਦੇ ਟ੍ਰੇਡਸ ਬਣਾਏ, 8-8 ਦੇ। ਜਿੱਦਾਂ ਉਹਨੂੰ ਇਹ ਲੱਗਦਾ ਸੀ ਕਿ ਜੋ ਮਿਊਜ਼ਿਕ, ਹਾਂ ਸਾਰੇਗਾਮਾ ਜੋ ਮਿਊਜ਼ਿਕ ਦੀਆਂ ਹੈ ਉਹੀ ਹੈ, ਤੇ ਹਰ 8ਵੇਂ ਐਲੀਮੈਂਟ ਬਾਅਦ ਜਿਹੜੀਆਂ ਪ੍ਰੋਪਰਟੀਜ਼ ਹੈ ਉਹ ਕੀ ਕਰਦੀਆਂ, ਚੇਂਜ ਹੁੰਦੀਆਂ। ਅੱਛਾ ਇੱਥੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਣੀ ਹੈ ਕਿ ਇਹਦਾ ਸਭ ਤੋਂ ਵੱਧ ਜਿਹੜਾ ਡਿਫੈਕਟ ਸੀ ਉਹ ਇਹ ਸੀ ਕਿ ਇਹਦਾ ਜਿਹੜਾ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਨਿਊਲੈਂਡ ਨੇ ਕਿੱਥੇ ਤੱਕ ਜਿਹੜੀ ਹੈ ਉਹ ਕਲਾਸੀਫਿਕੇਸ਼ਨ ਕੀਤੀ ਸੀ ਲਾਸਟ ਐਲੀਮੈਂਟ ਤੱਕ। ਤੁਹਾਨੂੰ ਪਤਾ ਕਿਹੜੇ ਐਲੀਮੈਂਟ ਤੱਕ ਨਿਊਲੈਂਡ ਨੇ ਲਾਸਟ ਕਲਾਸੀਫਿਕੇਸ਼ਨ ਕੀਤੀ ਸੀ? कैल्शियम। हाँ वेरी गुड। किसने बोला कैल्शियम? प्रिया ने। किन्ने बोले कैल्शियम? मसाला भी पा लियो। कौन बोल रहा है कैल्शियम? कैल्शियम किन्ने बोले? मैम नीलम पाल ने बोला था। वेरी गुड नीलम, ठीक है ना। कैल्शियम जो है दैट इज द लास्ट एलिमेंट जिथे तक उन्हें इन्वेंशन की। ਤੁਹਾਨੂੰ ਇਦਾਂ ਦੇ ਕੁਐਸਚਨ ਪੇਪਰ ਚ ਆਣੇ ਆ। ਫਿਰ ਉਸ ਤੋਂ ਬਾਅਦ ਮੈਂਡਲੀਵਸ ਨੇ ਪੀਰੀਓਡਿਕ ਲਾਅ ਦਿੱਤਾ, ਉਹਦੇ ਜਿੰਨੇ ਐਲੀਮੈਂਟਸ ਨੋਨ ਸੀ, ਆ ਜਿਹੜਾ ਦ ਪ੍ਰੋਪਰਟੀਜ਼ ਆਫ ਐਲੀਮੈਂਟਸ ਆਰ ਦ ਪੀਰੀਓਡਿਕ ਫੰਕਸ਼ਨ ਆਫ देयर ਐਟੋਮਿਕ ਮਾਸਸ ਦੀ ਗੱਲ ਕੀਤੀ। ਇੱਥੇ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਇੱਥੇ ਕਿੱਦਾਂ, ਮਤਲਬ ਐਟੋਮਿਕ ਮਾਸਸ ਮੈਂਡਲੀਵ ਨੇ ਜਿਹੜੀ ਕਲਾਸੀਫਿਕੇਸ਼ਨ ਕੀਤੀ ਉਹ ਕਿਹਦੇ ਬੇਸ ਤੇ ਕੀਤੀ। ਅੱਛਾ ਫਿਰ increasing atomic masses ਤੇ, ਠੀਕ ਹੈ ਨਾ। ਤੇ ਮੈਂਡਲੀਵ ਦੇ ਪੀਰੀਓਡਿਕ ਟੇਬਲ ਚ ਜਿੱਦਾਂ ਤੁਸੀਂ ਯਾਦ ਕਰਨਾ, ਤੁਸੀਂ ਕੀ ਯਾਦ ਕਰਨਾ ਕਿ ਮੈਂਡਲੀਵ ਦੇ ਪੀਰੀਓਡਿਕ ਟੇਬਲ ਚ ਕਿੰਨੀਆਂ ਹੌਰੀਜ਼ੋਨਟਲ ਰੋਜ਼ ਸੀ ਜਿਨ੍ਹਾਂ ਨੂੰ ਆਪਾਂ ਪੀਰੀਅਡ ਕਹਿੰਦੇ ਸੀ, 6 ਹੌਰੀਜ਼ੋਨਟਲ ਰੋਜ਼ ਸੀ, 8 ਵਰਟੀਕਲ ਰੋਜ਼ ਸੀ ਜਿਨ੍ਹਾਂ ਨੂੰ ਆਪਾਂ ਗਰੁੱਪਸ ਕਹਿੰਦੇ ਸੀ। ਤੇ ਅੱਛਾ ਮੈਨੂੰ ਇੱਕ ਗੱਲ ਦੱਸੋ, ਇੱਕ ਕੁਐਸਚਨ ਇੱਥੇ ਹੋਰ ਮਲਟੀਪਲ ਚੁਆਇਸ ਬਣਦਾ ਕਿ ਕਿੰਨੇ ਐਲੀਮੈਂਟਸ ਸੀ ਜਦੋਂ ਮੈਂਡਲੀਵ ਨੇ ਆਪਣਾ ਪੀਰੀਓਡਿਕ ਟੇਬਲ ਬਣਾਇਆ? मैम 50। नो 50 नहीं ਇੱਥੇ ਲਿਖਿਆ ਵੀ ਹੋਇਆ। नो नॉट एट ऑल, 63 ਤੱਤ, ਠੀਕ ਹੈ। 63 ਤੱਤ ਨੋਨ ਸੀ ਜਦੋਂ ਮੈਂਡਲੀਵ ਨੇ ਆਪਣਾ ਪੀਰੀਓਡਿਕ ਟੇਬਲ ਬਣਾਇਆ, ਠੀਕ ਹੈ। ਤੇ ਉਹ ਮਤਲਬ ਉਹਦੇ ਅਕੋਰਡਿੰਗ ਉਹਨੇ ਇਹ ਚੀਜ਼ ਕੀਤੀ। ਅੱਛਾ ਉਸ ਤੋਂ ਬਾਅਦ ਮਾਡਰਨ ਪੀਰੀਓਡਿਕ ਟੇਬਲ ਆ ਗਿਆ। ਪਤਾ ਤੁਹਾਨੂੰ ਸਭ ਨੂੰ ਮਾਡਰਨ ਪੀਰੀਓਡਿਕ ਟੇਬਲ ਦਾ? ਆ ਦੇਖੋ ਗਰੁੱਪ ਦੇਖ ਰਹੇ ਆ, 7 periods 1 2 3 4 5 6 7 और इधर 18 ग्रुप दिख रहे हैं। आ पीरियोडिक टेबल ऑफ एलिमेंट्स है। आ देखो जी थोड़ा जा मैं तुहानू दसना चाहनी हाँ, मैनू तो वैसे कोड्स ना ये पीरियोडिक टेबल सारा याद है, जिद्दां आपां कोड याद कीता होया है ना। तुसीं कीते होए कोड याद? यस मैम थोड़े की, थोड़ा सा किया है। आ मैनू पता है आ जेड़े हैगे है कि नॉन मैटल्स किहड़े ने, ਆ ਜਿਹੜੇ ਆ ਗ੍ਰੀਨ ਕਲਰ ਦੇ ਦੇਖ ਰਹੇ ਨੇ ਇਹ ਮੈਟਲੋਇਡਸ ਹੈ। ਕੱਲ ਮੈਂ ਤੁਹਾਨੂੰ ਇੱਕ ਕੁਐਸਚਨ ਵੀ ਪੁੱਛਿਆ ਸੀ, ਵਟ ਇਜ਼ ਬੋਰੋਨ, ਸਿਲੀਕਨ ਤੇ ਆਰਸੈਨਿਕ, ਹਨਾ। ਇਹ ਜਿਹੜੇ ਗ੍ਰੀਨ ਕਲਰ ਦੇ ਮੈਟਲੋਇਡਸ ਹੈ, ਮਤਲਬ ਇਹਨਾਂ ਚ ਬਹੁਤ ਕੁਆਲਿਟੀਜ਼ ਹੈ ਮੈਟਲਸ ਤੇ ਨਾਨ ਮੈਟਲਸ ਦੀ। ਆ ਜਿਹੜੇ ਮੈਟਲਸ ਨੇ, ਜਿਹੜੇ ਨਾਨ ਮੈਟਲਸ ਨੇ, ਉਸ ਤੋਂ ਬਾਅਦ ਆ ਹੈਲੋਜਨਸ ਨੇ। ਆ ਕੀ ਨੇ? ਇਹ ਕੀ ਨੇ? ਲਾਸਟ ਵਾਲਾ ਕਿਹੜਾ ਗਰੁੱਪ ਹੈ? ਸੌਰੀ ਲਾਸਟ ਵਾਲਾ ਕੀ ਕਹਿੰਦੇ ਇਹਨੂੰ? ਲਾਸਟ ਵਾਲੇ ਨੂੰ जीरो ग्रुप की कहते हैं। हाँ नोबल गैस ग्रुप और जीरो ग्रुप। हाँ नोबल गैसेस। आ देखो हाँ जीरो ग्रुप भी कहते हैं। नीचे आ देखो लैंथेनाइड ते एक्टिनाइड्स है ना। ਹੁਣ ਮਤਲਬ ਵਿੱਚ ਵਾਲੇ ਨੂੰ ਆਪਾਂ ਟ੍ਰਾਂਜੀਸ਼ਨ ਐਲੀਮੈਂਟਸ ਕਹਿੰਦੇ ਆ, ਟ੍ਰਾਂਜੀਸ਼ਨ ਐਲੀਮੈਂਟਸ, ਠੀਕ ਹੈ। ਤੇ ਮੇਨ ਤੁਹਾਡੇ ਜਿਹੜੇ ਸਿਲੇਬਸ 'ਚ ਉਹ ਇਹੀ ਹੈ ਕਿ ਤੁਹਾਨੂੰ ਗਰੁੱਪਸ ਪਤਾ ਹੋਣੇ ਚਾਹੀਦੇ ਕਿੰਨੇ ਆ, ਪੀਰੀਅਡਸ ਪਤਾ ਹੋਣੇ ਚਾਹੀਦੇ ਕਿੰਨੇ ਨੇ, ਠੀਕ ਹੈ। ਐਟੋਮਿਕ ਨੰਬਰ ਆ ਦੇਖੋ ਥੋੜਾ ਜਿਹਾ ਹੋਰ ਉਹਨਾਂ ਨੇ ਕਲੈਰੀਫਾਈ ਕਰ ਦਿੱਤਾ, ਠੀਕ ਹੈ। ਮਤਲਬ ਜਿੱਦਾਂ ਆ ਥੋੜਾ ਜਿਹਾ ਹੋਰ ਉਹਨਾਂ ਨੇ ਕਲੈਰੀਫਾਈ ਕਰਤਾ ਕਿ ਅਲਕਲੀ ਮੈਟਲਸ ਕਿਹੜੇ ਨੇ, ਅਲਕਲਾਈਨ ਅਰਥ ਮੈਟਲਸ ਕਿਹੜੇ। ਇਹ ਥੋੜਾ ਹਾਇਰ ਲੈਵਲ ਦਾ, ਇਹਦਾ ਤੁਹਾਨੂੰ ਇੰਨੀ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈਗੀ। ਬੇਸਿਕਲੀ ਬੇਟਾ ਕੱਲ ਜਿਹੜਾ ਨਾ ਮੈਂ ਤੁਹਾਨੂੰ ਇੱਕ ਕੁਐਸਚਨ ਕਰਵਾਇਆ ਸੀ, ਮੈਂ ਥੋੜਾ ਜਿਹਾ ਉਹ ਕੁਐਸਚਨ ਤੇ ਤੁਹਾਨੂੰ ਮੈਂ ਦੱਸਿਆ ਸੀ ਕਿ ਜਦੋਂ ਕਿਸੇ ਦੀ ਆਪਾਂ ਇਲੈਕਟ੍ਰੋਨਿਕ ਕਨਫਿਗਰੇਸ਼ਨ ਲਿਖਣੀ, ਜਿਹੜਾ ਸ਼ਾਰਟਕਟ ਹੈ, ਆਪਾਂ ਕੀ ਕਰਨਾ ਕਿ ਜਿੰਨੇ ਉਹਦੇ ਸ਼ੈਲਸ ਹੈ ਯਾਨੀ KLMN, ਤੇ ਜਿਹੜੇ ਜਿੰਨੇ ਸ਼ੈਲਸ ਹੈ ਉਹਨੇ ਉਹਦੇ ਕੀ ਹੈ, ਉਹਨਾਂ ਉਹਦਾ ਕੀ ਹੈ ਪੀਰੀਅਡ, ਤੇ ਜਿੰਨੇ ਉਹਦੇ ਗਰੁੱਪ ਹੈ ਉਹ ਉਹਦੇ ਕੀ ਹੈ ਲਾਸਟ ਚ ਜਿੰਨੇ ਇਲੈਕਟ੍ਰੋਨ। ਜਿਹੜਾ ਤੁਹਾਡਾ ਬੇਸਿਕਲੀ ਪੀਰੀਓਡਿਕ ਟੇਬਲ ਦਾ NTSC ਦਾ ਇੱਕ ਅੱਧਾ ਕੁਐਸਚਨ ਦੇਖਿਆ, ਮੇਰੀਆਂ 2 ਬਹੁਤ ਅੱਛੀਆਂ PPTs ਇਹਦੀਆਂ ਬਣੀਆਂ ਪਈਆਂ, ਉਹ ਵੀ ਮੈਂ ਸ਼ੇਅਰ ਕਰਾਂਗੀ ਤੁਹਾਡੇ ਨਾਲ ਜਦੋਂ ਆਪਾਂ ਨੂੰ ਨੈਕਸਟ ਵੀਕ ਜਿਹੜਾ ਟਾਈਮ ਮਿਲੇਗਾ। ਤੇ ਉਸ ਤੋਂ ਪਹਿਲੇ ਆ ਤੁਸੀਂ ਇਹਦੇ ਇਹ ਕੁਐਸਚਨ ਜ਼ਰੂਰ ਕਰ ਲੈਣਾ ਕਿ ਜਿੰਨੇ KLMN ਜਿੰਨੇ ਤੁਹਾਡੇ ਕੋਲ ਕੀ ਹੈ
ਪੀਰੀਅਡਸ ਹੈ ਉਹਨੇ ਤੁਸੀਂ ਮਤਲਬ ਜਿੰਨੇ ਤੁਹਾਡੇ ਕੋਲ ਸ਼ੈਲਸ ਹੈ ਉਹਨੇ ਤੁਹਾਡੇ ਪੀਰੀਅਡਸ ਹੈ ਤੇ ਜਿੰਨੇ ਤੁਹਾਡੇ ਕੀ ਕਹਿੰਦੇ ਲਾਸਟ ਇਲੈਕਟ੍ਰੋਨਸ ਹੈ ਉਹਨੇ ਤੁਹਾਡੇ ਗਰੁੱਪ ਹੈ ਠੀਕ ਹੈ ਬਾਕੀ ਇਹ ਦੱਸਿਆ ਹੋਇਆ 7 ਪੀਰੀਅਡਸ ਹੈ ਸੋ ਔਨ 18 ਗਰੁੱਪ ਹੈ ਕਿਹੜੇ ਨਾਰਮਲ ਹੈ ਕਿਹੜੇ ਟ੍ਰਾਂਜੀਸ਼ਨ ਹੈ ਇਨਰ ਟ੍ਰਾਂਜੀਸ਼ਨਸ ਹੈ ਇਹ ਇੰਨੀ ਡਿਟੇਲ 'ਚ ਤੁਹਾਨੂੰ ਜਾਣ ਦੀ ਲੋੜ ਨਹੀਂ ਹਾਂ ਜਿਹੜੀ ਡਿਟੇਲ 'ਚ ਜਾਣ ਦੀ ਲੋੜ ਹੈ ਉਹ ਮੈਂ ਅਗਲੀ ਵਾਰੀ ਤੁਹਾਡੇ ਨਾਲ ਟੌਪਿਕ ਲਵਾਂਗੀ ਦੈਟ ਇਜ਼ ਪ੍ਰੋਪਰਟੀਜ਼ ਆਫ ਐਲੀਮੈਂਟਸ ਇਨ ਪੀਰੀਅਡਸ ਐਂਡ ਗਰੁੱਪ ਬੇਟਾ ਇਹਦਾ ਤੁਹਾਨੂੰ ਤੁਹਾਡੇ ਪੇਪਰਾਂ 'ਚ ਵੀ ਬਹੁਤ ਫਾਇਦਾ ਮਿਲੇਗਾ ਕਿਉਂਕਿ ਪ੍ਰੋਪਰਟੀਜ਼ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਅਟੋਮਿਕ ਵੈਲੈਂਸੀ ਕੀ ਹੈ ਅਟੋਮਿਕ ਸਾਈਜ਼ ਕਿੱਦਾਂ ਇਨਕਰੀਜ਼ ਹੁੰਦਾ ਕਿੱਦਾਂ ਡਿਕਰੀਜ਼ ਹੁੰਦਾ ਸਾਰਾ ਕੁਝ ਮੈਟੈਲਿਕ ਪ੍ਰੋਪਰਟੀਜ਼ ਨਾਨ ਮੈਟੈਲਿਕ ਪ੍ਰੋਪਰਟੀਜ਼ ਠੀਕ ਹੈ ਇਹ ਮੈਂ ਅਗਲੀ ਵਾਰੀ ਤੁਹਾਡੇ ਨਾਲ ਡਿਸਕਸ ਕਰਾਂਗੀ ਸਟਿਲ ਆਪਾਂ ਜ਼ਿਆਦਾ ਟਾਈਮ ਲੈ ਲਿਆ ਜੇ ਤੁਹਾਡਾ ਉੱਧਰ ਵੀ ਲੈਕਚਰ ਹੈ ਸੋ ਇਸ ਲਈ ਤੁਸੀਂ ਹੁਣ ਆਪਣੀ ਜਿੰਨੀ ਵੀ ਕੀਤੀ ਹੈ ਤਿਆਰੀ ਉਹਨੂੰ ਕਰਨਾ ਤੇ ਉਹ ਵੀ ਲੈਕਚਰ ਲਾਣਾ ਓਕੇ ਥੈਂਕ ਯੂ ਸਟੂਡੈਂਟਸ ਠੀਕ ਹੈ ਓਕੇ Thank you to all.